आप लिहो तुम कथा सुधारी। सतनाम श्री वाहिगुरु साहिब जीओ। अधिक दरब सतनाम बटोरा, जिस है अहं मम लगै न चोरा। प्रेम भगत के भरे भंडारे, भर सतनाम खजाने सारे। वाहिगुरु जी का खालसा वाहिगुरु जी की फतेह। परम सन्मान जो गुरु की साजी नवाजी होई गुरु खालसा साध संगत जी, जिनके भाग बड़े हैं भाई तिन साधु संग मुख जुरे। आप जी अत्यंत ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਆ ਹੈ ਔਰ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਸ੍ਰੀ ਹਰਗੋਬਿੰਦਪੁਰੇ ਨਗਰ ਦੀ ਆਬਾਦੀ ਬਹੁਤ ਵਧਾ ਦਿੱਤੀ ਹੈ। ਇੱਥੇ ਬਹੁਤ ਸੰਗਤਾਂ ਨੂੰ ਵਸਾਇਆ, ਬਹੁਤ ਸਾਰੇ ਘਰ ਮਹੱਲੇ ਗਲੀਆਂ ਬਾਜ਼ਾਰ ਬਣਾਏ ਹਨ ਅਤੇ ਆਲੇ ਦੁਆਲੇ ਦੀਵਾਰ ਵੀ ਬੜੀ ਵੱਡੀ ਕਿਲ੍ਹੇਨੁਮਾ ਬਣਾਈ ਹੈ। ਅਜੇ ਤੱਕ ਪੁਰਾਣੀ ਡਿਊਢੀ ਖੜ੍ਹੀ ਹੈ ਸਾਧ ਸੰਗਤ ਜੀ, ਜਿਹੜੀ ਗੁਰੂ ਸਾਹਿਬ ਨੇ ਅੱਜ ਤੋਂ 400 ਸਾਲ ਪਹਿਲਾਂ ਬਣਾਈ ਸੀ। ਭਾਵੇਂ ਉਸ ਤੋਂ ਬਾਹਰ ਵੀ ਆਬਾਦੀ ਹੋ ਗਈ ਹੈ, ਹੁਣ ਉਹ ਪੁਰਾਣਾ ਸ਼ਹਿਰ ਬਹੁਤ ਵੱਧ ਗਿਆ ਹੈ। ਸੋ ਸਤਿਗੁਰੂ ਜੀ ਨੇ ਇਸ ਨਗਰ ਨੂੰ ਭਾਗ ਲਾਏ ਸ੍ਰੀ ਹਰਗੋਬਿੰਦਪੁਰੇ। ਇੱਥੇ ਗੁਰੂ ਮਹਾਰਾਜ ਜੀ ਬਿਰਾਜਮਾਨ ਸਨ। ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ ਆਏ, ਗੁਰੂ ਸਾਹਿਬ ਨੂੰ ਮਿਲੇ ਅਤੇ ਗੁਰੂ ਸਾਹਿਬ ਨੂੰ ਬੜੇ ਪਿਆਰ ਨਾਲ ਉਹਨਾਂ ਨੇ ਹੁਕਮ ਲਾਇਆ ਵੀ ਇੱਥੇ ਇਸ ਨਗਰ ਦਾ ਨਾਮ ਆਪ ਜੀ ਦੇ ਨਾਂ 'ਤੇ ਸ੍ਰੀ ਹਰਗੋਬਿੰਦਪੁਰ ਰੱਖਣਾ। ਮਹਾਰਾਜ ਨੇ ਆਖਿਆ ਆਪ ਜੀ ਨਾਮ ਰੱਖੋ। ਅਤੇ ਬਾਬਾ ਬੁੱਢਾ ਜੀ ਕਹਿੰਦੇ ਵੀ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਦਾ ਨਾਮ ਰਾਮਦਾਸਪੁਰਾ ਆਪਣੇ ਪਿਤਾ ਜੀ ਦੇ ਨਾਮ 'ਤੇ ਰੱਖਿਆ ਸੀ, ਅਸੀਂ ਤੁਹਾਡੇ ਨਾਮ ਉੱਤੇ ਇਹਦਾ ਨਾਮ ਸ੍ਰੀ ਹਰਗੋਬਿੰਦਪੁਰ ਰੱਖਦੇ ਹਾਂ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਨਾਮਕਰਨ ਹੋਇਆ ਨਗਰ ਦਾ। ਇੱਥੇ ਹੀ ਮਹਾਰਾਜ ਨੇ ਹੋਰ ਬੜੇ ਕੌਤਕ ਕੀਤੇ। ਇੱਕ ਦਿਨ ਮਹਾਰਾਜ ਪੁੱਛਦੇ ਬਾਬਾ ਬੁੱਢਾ ਜੀ ਨੂੰ, ਬਾਬਾ ਜੀ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਪਿਛਲੇ ਸਤਿਗੁਰਾਂ ਦੀ ਸੰਗਤ ਕੀਤੀ ਹੈ, ਉਹਨਾਂ ਦੇ ਦਰਸ਼ਨ ਕੀਤੇ, ਸਾਨੂੰ ਉਹਨਾਂ ਦੇ ਬਚਨ ਸੁਣਾਓ। ਉਹਨਾਂ ਦੀ ਹਸਤੀ ਬਾਰੇ, ਸਤਿਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਕਿਸ ਤਰ੍ਹਾਂ ਦੇ ਤੁਸੀਂ ਦੇਖੇ ਹਨ, ਕਿੱਦਾਂ ਦੇ ਲੱਗਦੇ ਸਨ, ਕਿੱਦਾਂ ਦੇ ਬੋਲ ਸਨ, ਕਿੱਦਾਂ ਦੀ ਉਹਨਾਂ ਦੀ ਖੇਡ ਸੀ, ਆਪ ਜੀ ਨੇ ਜੋ ਅੱਖਾਂ ਨਾਲ ਦੇਖਿਆ ਉਹ ਸੁਣਾਓ। ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣ ਕੇ ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਜਾਣੀ ਜਾਣ ਉਹ ਸਭ ਕੁਝ ਤੁਹਾਨੂੰ ਪਤਾ ਹੈ, ਕਿਉਂਕਿ ਤੁਹਾਡੇ 'ਚ ਅਤੇ ਗੁਰੂ ਨਾਨਕ 'ਚ ਕੋਈ ਫਰਕ ਨਹੀਂ, ਫਿਰ ਮੇਰੇ ਤੋਂ ਕਿਉਂ ਪੁੱਛਦੇ ਹੋ। ਸਤਿਗੁਰੂ ਕਹਿਣ ਲੱਗੇ, ਬਾਬਾ ਜੀ ਜਿਵੇਂ ਆਪ ਜੀ ਕਹਿੰਦੇ ਉਵੇਂ ਹੀ ਠੀਕ ਹੈ, ਪਰ ਅਸੀਂ ਤਾਂ ਪੁੱਛਦੇ ਹਾਂ ਵੀ ਗੁਰੂ ਦੀਆਂ ਸੰਗਤਾਂ ਹੋਰ ਵੀ ਸੁਣ ਲੈਣ ਅਤੇ ਸਾਨੂੰ ਸੁਣ ਕੇ ਆਨੰਦ ਆਉਂਦਾ। ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਘਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਜਿਹੜਾ ਮਹਾਰਾਜ ਦੀ ਕੋਈ ਗੱਲ ਸੁਣਾਵੇ ਉਹ ਚੰਗੀ ਲੱਗਦੀ ਹੈ, ਉਹ ਗੁਰਸਿੱਖ ਵੀ ਚੰਗਾ ਲੱਗਦਾ। ਤੁਸੀਂ ਮਹਾਰਾਜ ਦੇ ਨਾਲ ਰਹੇ ਹੋ, ਸੁਣੀ ਸੁਣਾਈ ਗੱਲ ਨਹੀਂ, ਤੁਸੀਂ ਦੇਖੀ ਹੋਈ ਸੁਣਾਓ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸੋ ਬਾਬਾ ਬੁੱਢਾ ਜੀ ਸੁਣਾਉਣ ਲੱਗੇ, ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਆਪ ਪਰਮੇਸ਼ਰ ਸਨ, ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ, ਦੁਨੀਆ ਦੇ ਭਲੇ ਲਈ ਅਵਤਾਰ ਧਾਰਿਆ। ਮਤ ਮੰਦਨ ਕੋ ਪੰਥ ਬਤਾਇਓ, ਸੰਤਨ ਕੋ ਉਪਦੇਸ਼ ਦ੍ਰਿੜਾਇਓ। ਖੋਟੀ ਬੁੱਧੀ ਵਾਲਿਆਂ ਦਾ, ਸੱਜਣ ਠੱਗ ਵਰਗਿਆਂ ਦਾ, ਨੂਰ ਸ਼ਾਹ ਜਾਦੂਗਰਨੀ ਵਰਗਿਆਂ ਦਾ, ਕੌਡੇ ਰਾਖਸ਼ਾਂ ਦਾ, ਵਲੀ ਕੰਧਾਰੀਆਂ ਦਾ, ਇੱਦਾਂ ਜਿਹੜੇ ਪੁੱਠੇ ਰਾਹ 'ਤੇ ਤੁਰੇ ਹੋਏ ਸੀ ਉਹਨਾਂ ਦਾ ਹੰਕਾਰ ਤੋੜ ਕੇ ਸਿੱਧੇ ਰਾਹ 'ਤੇ ਪਾਇਆ। ਅਤੇ ਜਿਹੜੇ ਸੰਤ ਸੀ ਉਹਨਾਂ ਨੂੰ ਉਪਦੇਸ਼ ਦਿੱਤਾ। ਮੁਸਲਮਾਨਾਂ ਦੇ ਪੀਰਾਂ ਨੂੰ, ਫਕੀਰਾਂ ਨੂੰ, ਅਮੀਰਾਂ ਨੂੰ, ਸਭ ਨੂੰ ਤਾਰਿਆ। ਹਿੰਦੂ ਵੀ ਤਾਰ ਦਿੱਤੇ, ਮੁਸਲਮਾਨ ਵੀ ਤਾਰ ਦਿੱਤੇ। ਕੋਈ ਇਨਸਾਨ ਐਸਾ ਨਹੀਂ ਜਿਹੜਾ ਬਾਬੇ ਨਾਨਕ ਦੀ ਕਿਰਪਾ ਦਾ ਪਾਤਰ ਨਾ ਬਣਿਆ ਹੋਵੇ।
ਤਾਰਿਆ ਜਹਾਨ ਲਾਇਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਜਿਨ੍ਹਾਂ ਨੇ ਗੁਰੂ ਬਾਬੇ ਦੇ ਦਰਸ਼ਨ ਕੀਤੇ ਸਾਰੇ ਹੀ ਧਰ ਗਏ। ਸੋ ਉਹਨਾਂ ਦੀ ਜੋਤ ਗੁਰੂ ਅੰਗਦ ਦੇਵ 'ਚ ਬਿਰਾਜੀ, ਉਹ ਵੀ ਉਹਨਾਂ ਵਰਗੇ ਹੀ ਸਨ। ਆਓ ਕਥਾ ਸੁਣੀਏ। ਬਾਬਾ ਬੁੱਢਾ ਜੀ ਸੁਣਾ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਸੁਣ ਰਹੇ ਨੇ, ਸਾਰੀ ਸੰਗਤ ਸੁਣ ਰਹੀ, ਆਪਾਂ ਵੀ ਸੁਣੀਏ। ਗੁਰੂ ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਹਦਿਕ ਦਰਬ ਸਤਿਨਾਮ ਬਟੋਰਾ। ਮਹਾਰਾਜ ਜੀ ਨੇ, ਧੰਨ ਗੁਰੂ ਨਾਨਕ ਦੇਵ ਜੀ ਨੇ ਰੁਪਈਏ ਨਹੀਂ ਇਕੱਠੇ ਕੀਤੇ, ਸੋਨਾ ਚਾਂਦੀ ਨਹੀਂ ਇਕੱਠਾ ਕੀਤਾ, ਪੈਸਾ ਨਹੀਂ ਜੋੜਿਆ, ਆਪਣੀ ਜੇਬ 'ਚ ਇੱਕ ਰੁਪਈਆ ਵੀ ਨਹੀਂ ਰੱਖਿਆ, ਇੱਕ ਧੇਲਾ ਇੱਕ ਪੈਸਾ ਵੀ ਨਹੀਂ ਰੱਖਿਆ, ਪਰ ਨਾਮ ਦਾ ਧਨ ਇਕੱਠਾ ਕੀਤਾ। ਨਾਮ ਦਾ ਧਨ ਇੰਨਾ ਸੀਗਾ ਵੀ ਲੱਖਾਂ ਸਾਲ ਸੰਗਤਾਂ ਖਾਂਦੀਆਂ ਰਹਿਣਗੀਆਂ, ਬਾਬੇ ਨਾਨਕ ਦੀ ਕਮਾਈ ਮੁੱਕਣੀ ਕੋਈ ਨਹੀਂ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਜਦੋਂ ਬਾਬੇ ਦੀ ਬਾਣੀ ਪੜ੍ਹਾਂਗੇ, ਸ੍ਰੀ ਜਪਜੀ ਸਾਹਿਬ ਪੜ੍ਹਾਂਗੇ, ਆਸਾ ਦੀ ਵਾਰ ਪੜ੍ਹਾਂਗੇ, ਗੁਰਬਾਣੀ ਪੜ੍ਹਾਂਗੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ, ਅਤੇ ਉਹ ਖਜ਼ਾਨਾ ਵਧੇਗਾ। ਇਹੋ ਜਿਹਾ ਖਜ਼ਾਨਾ ਗੁਰੂ ਨਾਨਕ ਸਾਹਿਬ ਨੇ ਇਕੱਠਾ ਕੀਤਾ ਹੈ। ਜਿਸ ਹੈ ਅਹੰਗ ਮਮ ਲੱਗੈ ਨ ਚੋਰਾ। ਐਸਾ ਖਜ਼ਾਨਾ ਇਕੱਠਾ ਕੀਤਾ ਜਿਹਨੂੰ ਕੋਈ ਚੋਰ ਲੱਗਦਾ ਨਹੀਂ। ਹਰ ਧਨ ਬਣ ਜੋ ਹਰ ਧਨ ਸੰਚੋ, ਜਿਸ ਲਾਗਤ ਹੈ ਨਹੀਂ ਚੋਰ। ਪੈਸੇ ਨੂੰ ਤਾਂ ਚੋਰ ਚੁਰਾ ਲੈਂਦੇ ਨੇ, ਪਰ ਨਾਮ ਧਨ ਨੂੰ ਨਹੀਂ ਚੁਰਾ ਸਕਦੇ। ਹਾਂਜੀ। ਪ੍ਰੇਮ ਭਗਤ ਕੇ ਭਰੇ ਭੰਡਾਰੇ। ਪ੍ਰੇਮਾ ਭਗਤੀ ਦੇ ਭੰਡਾਰੇ ਭਰ ਗਏ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ RAM ਰਾਜੇ। ਗੁਰ ਸਤਿਗੁਰ ਸੱਚਾ ਸਾਹੋ ਹੈ, ਸਿੱਖ ਦੇ ਹਰ ਰਾਸੇ। ਮਹਾਰਾਜ ਐਸੇ ਸ਼ਾਹੂਕਾਰ ਜਿਨ੍ਹਾਂ ਕੋਲ ਪ੍ਰੇਮਾ ਭਗਤੀ ਦੇ ਭੰਡਾਰੇ ਭਰੇ ਹੋਏ ਸਨ। ਭਰ ਸਤਿਨਾਮ ਖਜ਼ਾਨੇ ਸਾਰੇ। ਸਾਰੇ ਖਜ਼ਾਨੇ ਸਤਨਾਮ ਸ੍ਰੀ ਵਾਹਿਗੁਰੂ ਨਾਲ ਭਰ ਦਿੱਤੇ। ਵਾਹਿਗੁਰੂ 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 ਐਸਾ ਜਾਪ ਕਰਾਇਆ ਸਾਰੀ ਦੁਨੀਆ ਨੂੰ। ਸ਼੍ਰੀ ਅੰਗਦ ਕੋ ਸੌਂਪਨ ਕਰੇ। ਫਿਰ ਉਹ ਸਾਰੇ ਭਰੇ ਹੋਏ ਖਜ਼ਾਨੇ, ਭਰੇ ਭਰਾਏ ਖਜ਼ਾਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੇ। ਉਹ ਖਜ਼ਾਨੇ ਦੀਆਂ ਚਾਬੀਆਂ ਦੂਸਰੇ ਪਾਤਸ਼ਾਹ ਦੇ ਹੱਥ ਫੜਾ ਦਿੱਤੀਆਂ, ਆਪਣੀ ਥਾਂ ਤੇ ਗੁਰੂ ਥਾਪ ਦਿੱਤਾ। ਨਿਖੁੱਟ ਹੈ ਜੇ ਨ ਰਹਿ ਸਦ ਪਹਾਰੇ। ਇਹ ਇਹੋ ਜਿਹੇ ਖਜ਼ਾਨੇ ਨੇ, ਨਿਖੁੱਟਦੇ ਨਹੀਂ, ਮੁੱਕਦੇ ਨਹੀਂ, ਤੋਟ ਨਹੀਂ ਆਉਂਦੀ ਨਾ ਵਿੱਚ, ਸਦਾ ਹੀ ਭਰੇ ਰਹਿੰਦੇ ਹਨ। ਨਿਤ ਪ੍ਰਤ ਖਰਚੇ ਬ੍ਰਿਧਤਾ ਲਹੇ। ਜਿੰਨਾ ਖਰਚੋਗੇ ਓਨਾ ਵਧੇਗਾ। ਪੈਸੇ ਦਾ ਖਜ਼ਾਨਾ ਖਰਚਾਂਗੇ ਘਟੇਗਾ। ਇਹ ਗੁਰੂ ਨਾਨਕ ਦਾ ਖਜ਼ਾਨਾ ਜਿੰਨਾ ਖਰਚਾਂਗੇ ਓਨਾ ਹੀ ਵਧੇਗਾ। ਦਾਰਿਦ ਜਨਮ ਮਰਨ ਕੋ ਦਹੇ। ਔਰ ਜਨਮ ਮਰਨ ਦੇ ਦਰਿੱਦਰ ਸਾਰੇ ਖਤਮ ਹੁੰਦੇ। ਸਾਧ ਸੰਗਤ ਜੀ, ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ, ਸਾਰੇ ਦਲਿੱਦਰ ਮਿਟ ਜਾਂਦੇ ਗੁਰੂ ਨਾਨਕ ਦੀ ਕਿਰਪਾ ਦੇ ਨਾਲ। ਦੁਤੀਏ ਪਾਤਸ਼ਾਹ ਨੇ ਲੀਨਸ। ਦੂਜੇ ਪਾਤਸ਼ਾਹ ਨੇ ਉਹ ਖਜ਼ਾਨਾ ਸਾਂਭ ਲਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਪੂਰੇ ਭਾਂਡੇ ਸਨ। ਭਾਂਡੇ ਤੋਂ ਬਿਨਾਂ ਵਸਤੂ ਨਹੀਂ ਨਾ ਸਾਂਭੀ ਜਾਂਦੀ। ਸਾਧ ਸੰਗਤ ਜੀ, ਭਾਂਡਾ ਛੋਟਾ ਹੋਵੇ, ਵਸਤੂ ਵੱਡੀ ਹੋਵੇ, ਉਹ 'ਚ ਪਾਓਗੇ ਸਾਂਭੀ ਨਹੀਂ ਜਾਣੀ। ਜਿੰਨੀ ਜ਼ਿਆਦਾ ਵਸਤੂ ਹੈ ਓਨਾ ਵੱਡਾ ਭਾਂਡਾ ਚਾਹੀਦਾ। ਹੁਣ ਚੀਜ਼ ਬੜੀ ਵੱਡੀ ਸੀ, ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਹੀ ਸਾਂਭ ਗਏ, ਹੋਰ ਨਹੀਂ ਕੋਈ ਸਾਂਭ ਸਕਦਾ। ਸੋ ਪੂਰੇ ਭਾਂਡੇ ਸਨ ਸ੍ਰੀ ਗੁਰੂ ਅੰਗਦ ਦੇਵ ਜੀ, ਉਹਨਾਂ ਨੇ ਦਾਤ ਲੈ ਲਈ, ਸਾਂਭ ਲਈ। ਰਾਖੇ ਗੁਹਜ ਬਿਦਤ ਨਹਿ ਕੀਨਸ। ਔਰ ਇਹ ਖਜ਼ਾਨਾ ਗੁੱਝਾ ਮਹਾਰਾਜ ਸਾਹਿਬ ਜੀ ਨੇ ਰੱਖਿਆ, ਪ੍ਰਗਟ ਨਹੀਂ ਕੀਤਾ ਗੁਰੂ ਅੰਗਦ ਦੇਵ ਜੀ ਨੇ। ਐਵੇਂ ਜਿਵੇਂ ਅੱਜ ਕੱਲ੍ਹ ਸਾਧ ਸੰਗਤ ਜੀ ਮਾੜੀ ਜੀ ਤਾਕਤ ਆ ਜੇ ਨਾ, ਲੋਕ ਗੁਰੂ ਬਣ ਕੇ ਬਹਿ ਜਾਂਦੇ ਆ, ਫਿਰ ਆਪਣੀਆਂ ਦੁਕਾਨਾਂ ਖੋਲ੍ਹ ਲੈਂਦੇ ਗੁਰੂ ਪੁਣੇ ਦੀਆਂ, ਲੋਕਾਂ ਤੋਂ ਮੱਥੇ ਟਿਕਾਈ ਜਾਣੇ, ਆਪਣੀ ਪੂਜਾ ਕਰਾਣੀ, ਅੰਦਰ ਕਮਾਈ ਹੈ ਨਹੀਂ। ਕੱਚੇ ਗੁਰੂ। ਗੁਰੂ ਅੰਗਦ ਦੇਵ ਜੀ ਮਹਾਰਾਜ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਕੇ ਵੀ ਲੁਕ ਕੇ ਰਹੇ, ਛੁਪ ਕੇ ਰਹੇ। ਐਡੀ ਵੱਡੀ ਤਾਕਤ ਦੇ ਮਾਲਕ 12.5 ਸਾਲ ਲਗਭਗ ਗੁਰਤਾ ਗੱਦੀ 13 ਸਾਲ ਦੇ ਲਗਭਗ ਰਹੇ ਨੇ। ਉਹ 12 ਸਾਲ ਇੱਕੋ ਥਾਂ 'ਤੇ ਹੀ ਰਹੇ, ਖੰਡੂਰ ਸਾਹਿਬ ਹੀ, ਅਤੇ ਉੱਥੇ ਹੀ ਇੰਨੀ ਕਲਾ ਵਰਤ ਗਈ ਵੀ ਉਹਨਾਂ ਦਾ ਸਾਰੇ ਸੰਸਾਰ 'ਚ ਉੱਥੇ ਬੈਠਿਆਂ ਹੀ ਪ੍ਰਤਾਪ ਪਸਰਦਾ ਸੀ। ਕੋਈ ਬਹੁਤੀ ਲੰਮੀ ਚੌੜੀ ਕਥਾ ਵੀ ਨਹੀਂ ਸੀ ਕਰਦੇ, ਬੈਠੇ ਹੀ ਬਸ
ਦਰਸ਼ਨ ਹੀ ਦਿੰਦੇ ਸੀ। ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਸ ਕੋ ਹਿਤ ਕਰ ਨਹਿ ਦਿਖਰਾਏ, ਕਿਸੇ ਨੂੰ ਆਪਣੀ ਕਰਾਮਾਤ ਆਪਣੀ ਸ਼ਕਤੀ ਉਹ ਦਿਖਾਈ ਨਹੀਂ ਮਹਾਰਾਜ ਨੇ, ਮੁਖ ਤੇ ਕਹਿ ਨਹਿ ਕਾਹੂ ਸੁਨਾਏ। ਤੇ ਨਾ ਹੀ ਆਪਣੇ ਮੂੰਹ ਤੋਂ ਕਿਸੇ ਨੂੰ ਦੱਸਿਆ। ਜੇ ਕੋਈ ਪੁੱਛਦਾ ਸੀ ਤੇ ਕਹਿੰਦੇ ਅਸੀਂ ਤਾਂ ਜੀ ਨਿਮਾਣੇ ਜੇ ਸੇਵਕ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਤੇ ਉਹੀ ਨੇ, ਮੈਂ ਤੇ ਸੇਵਾਦਾਰ ਹਾਂ। ਇਹੋ ਜੀ ਬਿਰਤੀ ਰੱਖੀ ਹੈ। ਪਲ ਪਲ ਵਧੈ ਅਧਿਕ ਅਧਿਕਾਈ, ਤੇ ਖਜ਼ਾਨਾ ਵਧਾਈ ਗਏ। ਗੁਰੂ ਅੰਗਦ ਦੇਵ ਜੀ ਨੇ ਖਜ਼ਾਨਾ ਵਧਾਇਆ ਭਗਤੀ ਦਾ, ਹੋਰ ਭਗਤੀ ਕੀਤੀ, ਹੋਰ ਜਪ ਤਪ ਕੀਤਾ, ਵੱਧਦਾ ਹੀ ਗਿਆ। ਖਜ਼ਾਨਾ ਤੋਟ ਨਾ ਆਵੇ ਵੱਧਦੋ ਜਾਈ। ਹਾਂਜੀ, ਅਤ ਅਪਾਰਗਤ ਲਖੀ ਨ ਜਾਈ। ਗੁਰੂ ਅੰਗਦ ਦੇਵ ਜੀ ਦੀ ਵੀ ਮਹਿਮਾ ਕੋਈ ਜਾਣ ਨਹੀਂ ਸਕਦਾ। ਬੜੀ ਅਪਰੰਪਾਰ ਖੇਡ ਸੀ। ਦੁਨੀਆ ਦੇ ਲੋਕਾਂ ਨੂੰ ਤਾਂ ਕੀ ਪਤਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਨਹੀਂ ਜਾਣ ਸਕਦੇ ਗੁਰੂ ਦੀ ਮਹਿਮਾ ਨੂੰ। ਭਾਉ ਦਿਖਾਏ ਪਰਮ ਅਵਧੂਤ, ਗੁਰੂ ਸਾਹਿਬ ਜੀ ਮਹਾਰਾਜ ਪਰਮ ਅਵਧੂਤ ਸਨ, ਬੜੇ ਮਹਾਨ। ਪ੍ਰੇਮਾ ਭਗਤੀ ਦਿਖਾਈ, ਦੁਨੀਆ ਤੋਂ ਨਿਰਲੇਪ ਰਹੇ। ਹਾਂਜੀ, ਨਿਰਵਿਕਲਪ ਨਿਰਲੰਭ ਸਪੂਤ, ਕੋਈ ਵਿਕਲਪ ਉੱਠਣ ਨਹੀਂ ਦਿੱਤਾ ਮਨ ਵਿੱਚ, ਤੇ ਕੋਈ ਦੁਨਿਆਵੀ ਸੰਸਾਰੀ ਆਸਰਾ ਨਹੀਂ ਤੱਕਿਆ। ਐਸੇ ਸਤਿਗੁਰੂ ਨਾਨਕ ਦੇਵ ਜੀ ਦੇ ਪੁੱਤਰ ਪਵਿੱਤਰ ਸਨ। ਸਿੱਧ ਸ਼ਕਤ ਨਹਿ ਬਿਦ ਤਨ ਪਾਵੈ, ਉਹਨਾਂ ਦੀ ਸਿੱਧੀ, ਉਹਨਾਂ ਦੀ ਸ਼ਕਤੀ ਗੁਪਤ ਰਹੀ ਹੈ, ਪ੍ਰਗਟ ਨਹੀਂ ਹੋਣ ਦਿੱਤੀ ਆਪਣੀ ਤਾਕਤ ਗੁਰੂ ਅੰਗਦ ਦੇਵ ਜੀ ਨੇ। ਪਰਮਾਨੰਦ ਨਿਮਗਨ ਬਿਹਾਵੈ, ਦਿਨ ਰਾਤ ਸਾਰਾ ਸਮਾਂ ਪਰਮਾਨੰਦ ਵਿੱਚ ਹੀ ਮਗਨ ਰਹਿੰਦੇ, ਆਤਮਿਕ ਆਨੰਦ ਵਿੱਚ ਹੀ ਰਹਿੰਦੇ। ਕਈ ਦਿਨ 9 ਦਿਨ ਤੇ ਸਮਾਧੀ ਲੱਗ ਜਾਂਦੀ ਕਥਾ ਸੁਣਦਿਆਂ ਦੀ। ਭਾਈ ਬਾਲਾ ਜੀ ਕਥਾ ਸੁਣਾਉਂਦੇ ਤੇ ਗੁਰੂ ਅੰਗਦ ਦੇਵ ਜੀ ਕਥਾ ਸੁਣਦੇ, ਅੱਖਾਂ 'ਚੋਂ ਹੰਝੂ ਵਗੀ ਜਾਂਦੇ। ਧਿਆਨ ਵਿੱਚ ਬੈਠਿਆਂ ਦੀ ਸਮਾਧ ਲੱਗ ਜਾਂਦੀ। ਇੱਕ ਵਾਰੀ 9 ਦਿਨ ਬੈਠੇ ਰਹੇ। 9 ਦਿਨ ਬਾਅਦ ਅੱਖਾਂ ਖੋਲ੍ਹੀਆਂ। ਲਾਂਗਰੀ ਨੇ ਆਖਿਆ, ਮਹਾਰਾਜ ਆਪ ਜੀ 9 ਦਿਨ ਹੋ ਗਏ ਪ੍ਰਸ਼ਾਦਾ ਨਹੀਂ ਛਕਿਆ। ਮਹਾਰਾਜ ਇਸ਼ਨਾਨ ਪਾਣ ਕਰਕੇ ਪ੍ਰਸ਼ਾਦਾ ਛਕ ਕੇ ਫੇਰ ਕਹਿੰਦੇ ਲਿਆਓ ਭਾਈ ਬਾਲੇ ਨੂੰ ਕਥਾ ਸੁਣਾਵੇ। ਫੇਰ ਕਥਾ ਸ਼ੁਰੂ ਹੋ ਗਈ। ਇੱਦਾਂ ਗੁਰੂ ਸਾਹਿਬ ਦੇ ਧਿਆਨ ਵਿੱਚ ਬੈਠੇ ਰਹਿੰਦੇ ਸਨ। ਅੰਤਰਗਤੀ ਅਖੰਡ ਸਮਾਧ, ਅੰਤਰਮੁਖੀ ਬਿਰਤੀ ਰੱਖਦੀ, ਬਾਹਰ ਦਾ ਧਿਆਨ ਨਹੀਂ ਸੀ। ਲਗਾਤਾਰ ਆਤਮ ਮੰਡਲ ਵਿੱਚ ਵਿਚਰਦੇ, ਅਖੰਡ ਸਮਾਧੀ ਲੱਗੀ ਰਹਿੰਦੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ। ਇਕ ਰਸ ਪੁੰਨ ਨਾ ਪਾਪ ਬਿਆਦ, ਇੱਕ ਰਸ ਬਿਰਤੀ ਰਹਿੰਦੀ, ਨਾ ਪੁੰਨ ਨਾ ਪਾਪ, ਆਦਿ ਵਿਆਦੀ ਉਪਾਧੀ ਕੋਈ ਨਹੀਂ। ਸਾਰੀਆਂ ਉਪਾਧੀਆਂ ਤੋਂ ਉੱਪਰ, ਸਾਰੇ ਫੁਰਨਿਆਂ ਤੋਂ ਉੱਪਰ ਬਿਰਤੀ ਅਖੰਡ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਅਜਰ ਜਰਨਗਤ ਅਸ ਦਿਖਰਾਈ, ਅਜਰ ਨੂੰ ਕਿਵੇਂ ਜਰੀਦਾ ਹੈ, ਇਹੋ ਜੀ ਖੇਡ ਕਰਕੇ ਦਿਖਾਈ ਹੈ ਗੁਰੂ ਅੰਗਦ ਦੇਵ ਜੀ ਨੇ। ਭੂਤ ਭਵਿਖ ਨਾ ਕਿਸ ਹੂੰ ਪਾਈ, ਅਜਰ ਨੂੰ ਜਰ ਲੈਣਾ। ਮਾੜੀ ਜੀ ਤਾਕਤ ਹੋਵੇ ਬੰਦੇ ਕੋਲ, ਉਹ ਨਹੀਂ ਜਰੀ ਜਾਂਦੀ। ਫਟਾਫਟ ਕਹਿੰਦਾ ਲਓ ਜੀ ਮੈਂ ਤਾਂ ਦੁਨੀਆ ਨੂੰ ਦਿਖਾਵਾਂਗਾ ਵੀ ਮੇਰੇ ਕੋਲ ਇੰਨੀ ਤਾਕਤ ਹੈ, ਇੰਨੀ ਸ਼ਕਤੀ ਹੈ, ਇੰਨੀ ਪਾਵਰ ਹੈ। ਵੱਡੀਆਂ ਪਾਵਰਾਂ ਦੇ ਮਾਲਕ ਹੋ ਕੇ ਵੀ ਸਤਿਗੁਰੂ ਅੰਗਦ ਦੇਵ ਜੀ ਨੇ ਆਪਣੀ ਸ਼ਕਤੀ ਜ਼ਾਹਰ ਨਹੀਂ ਹੋਣ ਦਿੱਤੀ। ਸਤਿਗੁਰ ਕੇ ਘਰ ਬਿਨਾ ਨ ਆਨ, ਇਹੋ ਜਿਹੀ ਵਡਿਆਈ ਹੋਰ ਕਿਤੇ ਨਹੀਂ ਮਿਲਦੀ। ਇਹ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਅਜਰ ਨੂੰ ਜਰਿਆ, ਇਤਿਹਾਸ ਵਿੱਚ ਦੂਜਾ ਨਹੀਂ ਕੋਈ ਅਜੇ ਤਾਈਂ ਆਇਆ। ਪੁਰਾਤਨ ਰਿਸ਼ੀ ਮੁਨੀ ਅਵਤਾਰ, ਬੜੇ ਕਰਨੀਆਂ ਵਾਲੇ ਸਾਧੂ ਸੰਤ ਪਹਿਲਾਂ ਵੀ ਹੋ ਚੁੱਕੇ ਹੈ। ਸਤਯੁਗ, ਤ੍ਰੇਤਾ, ਦੁਆਪਰ, ਪਰ ਕਲਯੁਗ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜੋ ਕਰਕੇ ਦਿਖਾਇਆ, 4 ਯੁੱਗਾਂ 'ਚ ਨਹੀਂ ਕੋਈ ਕਰ ਸਕਿਆ। ਹਾਂਜੀ, ਸੁਣੀ ਨ ਹੇਰੀ ਕਿਤ ਹੋ ਜਾਨ, ਨਾ ਕਿਤੇ ਖੇਡ ਦੇਖੀ ਹੈ ਨਾ ਸੁਣੀ ਹੈ। ਅਮਰਦਾਸ ਸਤਿਗੁਰੂ ਪ੍ਰਬੀਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੀਸਰੇ ਪਾਤਸ਼ਾਹ ਨੇ ਸੇਵਾ ਕੀਤੀ। ਗੁਰੂ ਅੰਗਦ ਦੇਵ ਜੀ ਸਮਾਧੀ 'ਚ ਬੈਠੇ ਰਹਿੰਦੇ ਤੇ ਗੁਰੂ ਅਮਰਦਾਸ ਜੀ ਉਹਨਾਂ ਦੀ ਸੇਵਾ ਕਰਦੇ ਰਹਿੰਦੇ। ਰਾਤ ਨੂੰ ਬਿਆਸਾ ਤੋਂ ਜਲ ਲੈ ਕੇ ਆਉਣਾ ਤੇ ਮਹਾਰਾਜ ਨੂੰ ਇਸ਼ਨਾਨ ਕਰਾਉਣਾ ਤੇ ਆਪ ਲੱਕੜਾਂ ਪਾੜਨੀਆਂ, ਚੁੱਲ੍ਹਾ ਝੋਕਣਾ, ਭਾਂਡੇ ਮਾਂਜਣੇ, ਬੜੀ ਕਰੜੀ ਸੇਵਾ ਸਤਿਗੁਰੂ ਜੀ ਕਰਦੇ। ਸਕਲ ਖਜ਼ਾਨੋ ਤਿਨ ਕੋ ਦੀਨ, ਸਾਰੇ ਖਜ਼ਾਨੇ ਮਹਾਰਾਜ ਸਾਹਿਬ ਜੀ
ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੇ। ਲੈ ਕਰ ਨਾਮ ਭਗਤ ਭੰਡਾਰ, ਭਗਤੀ ਦਾ ਭੰਡਾਰਾ ਗੁਰੂ ਅਮਰਦਾਸ ਜੀ ਨੇ ਸਾਂਭ ਲਿਆ। ਜਿਨ ਗੁਣ ਅੰਤ ਨਾ ਪਾਰਾਵਾਰ, ਤੇ ਗੁਰੂ ਅਮਰਦਾਸ ਦੇ ਗੁਣਾਂ ਦਾ ਵੀ ਕੋਈ ਪਾਰਾਵਾਰ ਨਹੀਂ। ਬਾਬਾ ਬੁੱਢਾ ਜੀ ਦੱਸ ਰਹੇ, ਕਹਿੰਦੇ ਮੈਂ ਦੇਖਿਆ, ਇਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਇਹ ਦੇਖੀਆਂ ਗੱਲਾਂ ਦੱਸ ਰਹੇ ਬਾਬਾ ਜੀ, ਵੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪੂਰੇ ਭਾਂਡੇ ਬਣੇ ਫਿਰ ਸੇਵਾ ਕਰਕੇ। ਉਹਨਾਂ ਦੇ ਵਿੱਚ ਉਹ ਵਸਤੂ ਜਿਹੜੀ ਸੀ ਨਾ, ਉਹ ਗੁਰੂ ਅੰਗਦ ਦੇਵ ਜੀ ਨੇ ਸਥਾਪਿਤ ਕਰ ਦਿੱਤੀ। ਤਿਨਹਿ ਨਵੀਨ ਜੁਗਤ ਬਿਦਤਾਈ, ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਨੇ ਨਵੀਂ ਜੁਗਤੀ, ਨਵੀਂ ਮਰਿਆਦਾ ਕਾਇਮ ਕੀਤੀ। ਆਏ ਸ਼ਰਨ ਜੇ ਨਰ ਸਮੁਦਾਈ, ਜਿਹੜਾ ਗੁਰੂ ਦੀ ਸ਼ਰਨ ਆਵੇ ਬਖਸ਼ਿਓ ਸਭ ਕੋ ਨਾਮ ਖਜ਼ਾਨਾ। ਖੁੱਲੇ ਖਜ਼ਾਨੇ ਵਰਤਾਤੇ, ਨਾਮ ਦੇ ਭੰਡਾਰੇ। ਧੰਨ ਗੁਰੂ ਅਮਰਦਾਸ ਸਿੱਖੀ ਦਾ ਧੁਰਾ ਕੇਂਦਰ ਸ੍ਰੀ ਗੋਇੰਦਵਾਲ ਸਾਹਿਬ ਜੀ ਨੂੰ ਬਣਾਇਆ, ਫੇਰ ਵਸਾਇਆ ਗੋਇੰਦਵਾਲ। ਮਹਾਰਾਜ ਨੇ ਗੋਇੰਦਵਾਲ ਸਾਹਿਬ ਵਸਾਇਆ, ਤੇ ਗੋਇੰਦਵਾਲ ਸਾਹਿਬ ਵਿੱਚ ਇਹ ਖਜ਼ਾਨੇ ਬੇਅੰਤ ਸੰਗਤਾਂ ਨੂੰ, ਲੱਖਾਂ ਸੰਗਤਾਂ ਨੂੰ ਵਰਤਾ ਦਿੱਤੇ। ਨੌ ਨਿਧ ਰਿਧ ਸਿਧ ਦੀਨ ਮਹਾਨਾ, 9 ਨਿਧੀਆਂ ਰਿਧੀਆਂ ਸਿੱਧੀਆਂ ਆਪਣੇ ਸਿੱਖਾਂ ਨੂੰ ਦਿੱਤੀਆਂ। 22 ਮੰਜੀਆਂ ਤੇ ਜਿਹੜੇ ਮਹਾਂਪੁਰਸ਼ ਬੈਠੇ ਨੇ ਨਾ, ਉਹ ਸਾਡੇ ਵਰਗੇ ਕੇਵਲ ਕਥਾ ਕਰਨ ਜੋਗੇ ਨਹੀਂ, ਉਹ ਕਮਾਈਆਂ ਵਾਲੇ ਪੂਰਨ ਪੁਰਸ਼ ਮਹਾਂਪੁਰਸ਼ ਸਨ। ਅੰਦਰੋਂ ਬਾਹਰੋਂ ਗੁਰੂ ਦੀ ਸੇਵਾ 'ਚ ਇੱਕ ਰੰਗ ਰੰਗੇ ਗਏ, ਪੂਰਨ ਹੋ ਗਏ। ਫਿਰ ਉਹਨਾਂ ਨੂੰ 22 ਮੰਜੀਆਂ ਦਿੱਤੀਆਂ, ਵੱਖਰੀ ਵੱਖਰੀ ਥਾਵਾਂ 'ਤੇ ਭੇਜਿਆ। ਤੇ ਬਾਕੀ ਵੀ ਬੜੇ ਹੋਰ ਸੇਵਾਦਾਰ ਗੁਰੂ ਸਾਹਿਬ ਜੀ ਦੇ ਉਹ ਰਿਧੀਆਂ ਸਿੱਧੀਆਂ ਦੇ ਮਾਲਕ ਹੋਏ। ਸੋ ਹਰ ਧਨ ਦਹੂੰ ਹਾਥ ਲਟਾਇਓ, ਉਹ ਖਜ਼ਾਨਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ ਸੀ, ਗੁਰੂ ਅੰਗਦ ਦੇਵ ਜੀ ਨੇ ਉਹ ਖਜ਼ਾਨਾ ਗੁਰੂ ਅਮਰਦਾਸ ਨੂੰ ਸੌਂਪ ਦਿੱਤਾ। ਤੇ ਗੁਰੂ ਅਮਰਦਾਸ ਜੀ ਨੇ ਖੁੱਲ੍ਹਾ ਵਰਤਾਇਆ, ਦੋਵਾਂ ਹੱਥਾਂ ਨਾਲ ਲੁਟਾਓ। ਕਬੀਰ ਲੂਟਣਾ ਹੈ ਤਾਂ ਲੂਟ ਲਾ, ਰਾਮ ਨਾਮ ਹੈ ਲੂਟ। ਲੁੱਟੋ ਭਾਈ, ਜਪੋ ਬਾਣੀ ਪੜ੍ਹੋ, ਨਾਮ ਜਪੋ। ਦੇਸਾਂ ਪ੍ਰਦੇਸਾਂ 'ਚ ਖਜ਼ਾਨੇ ਵਰਤਾ ਦਿੱਤੇ। ਜੋ ਸ਼ਰਨਾਗਤ ਸਭ ਨੇ ਪਾਇਓ, ਜਿਹੜਾ ਜਿਹੜਾ ਗੁਰੂ ਬਾਬਾ ਜੀ ਦੀ ਸ਼ਰਨ ਆਇਆ, ਗੁਰੂ ਅਮਰਦਾਸ ਸਾਹਿਬ ਜੀ ਦੀ, ਉਹਨੂੰ ਹੀ ਉਹ ਗੱਫਾ ਮਿਲਿਆ, ਛਾਂਦਾ ਮਿਲਿਆ, ਤੇ ਉਹ ਨਿਹਾਲ ਹੋ ਗਿਆ। ਚੌਹਾਂ ਦਿਸ ਬਿਦਿਸ਼ਨ ਮਹਿ ਪਸਰਾਇਓ, ਚੌਹਾਂ ਦਿਸ਼ਾਂ ਦੇਸਾਂ ਵਿਦੇਸ਼ਾਂ ਵਿੱਚ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਮਤਿ ਦੀ ਸੁਗੰਧੀ ਫੈਲਾ ਦਿੱਤੀ। ਖੁਸ਼ਬੂ ਫੈਲ ਗਈ ਸਾਰੇ ਪਾਸੇ। ਜਹ ਕਹਿ ਜਗ ਮਹਿ ਨਾਮ ਜਪਾਇਓ, ਜਿੱਥੇ ਕਿੱਥੇ ਉੱਤਰ ਦੱਖਣ ਪੂਬਰ ਪਸ਼ਚਿਮ ਜੈ ਜੈਕਾਰ ਜਪੰਥ ਨਰਾ। ਹਰ ਨਾਮ ਰਸਨ ਗੁਰਮੁਖ ਬਰਧਾਇਓ, ਉਲਟ ਗੰਗ ਪਸ਼ਚਿਮ ਧਰੀਆ। ਉੱਤਰ ਦੱਖਣ ਪੂਰਬ ਪੱਛਮ ਸਾਰੀ ਦੁਨੀਆ ਵਿੱਚ ਹੀ ਗੁਰੂ ਅਮਰਦਾਸ ਮਹਾਰਾਜ ਨੇ ਨਾਮ ਦਾ ਵਰਤਾਰਾ ਵਰਤਾ ਦਿੱਤਾ। ਗੁਰ ਸਮਦਾਤਾ ਕਹੂੰ ਨਾ ਅਹੇ, ਧੰਨ ਗੁਰੂ ਅਮਰਦਾਸ ਵਰਗਾ ਦਾਤਾ ਕੋਈ ਨਹੀਂ, ਕਿਤੇ ਵੀ ਨਹੀਂ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੈ। ਗੁਰੂ ਅਮਰਦਾਸ ਮਹਾਰਾਜ ਦੀ ਵੱਡੀ ਵਡਿਆਈ ਹੈ। ਬੜ ਭਾਗੀ ਸਭ ਹਿਨ ਤਬ ਲਹੇ, ਵੱਡੇ ਭਾਗਾਂ ਵਾਲੇ ਗੁਰੂ ਕੇ ਲਾਲ, ਗੁਰੂ ਕੇ ਸਿੱਖ ਉਸ ਖਜ਼ਾਨੇ ਨਾਲ ਜੁੜੇ। ਉਹਨਾਂ ਨੇ ਗੁਰੂ ਅਮਰਦਾਸ ਦੀ ਸੇਵਾ ਕੀਤੀ ਤੇ ਉਹ ਧਨ ਨਾਮ ਧਨ ਪ੍ਰਾਪਤ ਕੀਤਾ। ਜਿਨ ਸੇਵੇ ਹੋਇ ਕਰ ਨਿਹਕਾਮ, ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਉਹਨਾਂ ਦੀ ਸੇਵਾ ਕੀਤੀ, ਤਿਸਨੇ ਲਿਓ ਨਕਦ ਹਰ ਨਾਮ। ਉਹਨਾਂ ਨੂੰ ਨਕਦੀ ਖਜ਼ਾਨਾ ਨਾਮ ਧਨ ਦਾ ਮਿਲ ਗਿਆ। ਨਿਸ਼ਕਾਮ ਹੋ ਕੇ ਜਿਨ੍ਹਾਂ ਨੇ ਸੇਵਾ ਵੀ ਦੋ ਤਰ੍ਹਾਂ ਹੁੰਦੀ ਸਾਧ ਸੰਗਤ ਜੀ। ਇੱਕ ਅਸੀਂ ਕਰਦੇ ਹਾਂ ਸੇਵਾ ਥੋੜ੍ਹੀ, ਮੰਗਣ ਬਹੁਤਾ। ਸੇਵਾ ਥੋੜ੍ਹੀ ਕਰਦੇ ਹਾਂ, ਮੰਗਾਂ ਜ਼ਿਆਦੀਆਂ ਰੱਖ ਦਿੰਦੇ ਹਾਂ। ਗੁਰੂ ਕੇ ਸਿੱਖ ਉਹ ਵੀ ਹਨ ਜਿਹੜੇ ਸੇਵਾ ਕਰਦੇ ਤੇ ਮੰਗਦੇ ਹਨ ਗੁਰੂ ਤੋਂ। ਸਿੱਖ ਉਹ ਵੀ ਹਨ, ਪਰ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ, ਸ਼ਰਧਾ ਬਣ ਜਾਂਦੀ ਹੈ। ਹੌਲੇ ਹੌਲੇ ਉਹਨਾਂ ਨੂੰ ਵੀ ਨਾਮ ਧਨ ਦੀ ਪ੍ਰਾਪਤੀ ਕਰਨ ਦਾ ਸ਼ੌਂਕ ਪੈਦਾ ਹੋ ਜਾਂਦਾ। ਪਰ ਜਿਹੜੇ ਨਿਸ਼ਕਾਮ ਹੋ ਕੇ ਕਰਦੇ ਆ, ਉਹਨਾਂ ਨੂੰ ਉਸੇ ਵੇਲੇ ਨਗਦ ਹੀ ਮਿਲ ਜਾਂਦਾ, ਕੈਸ਼ ਹੀ ਹੋ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਸਕਾਮ ਕਰਦੇ ਆ ਸੇਵਾ, ਉਹਨਾਂ ਨੂੰ ਬਾਅਦ ਵਿੱਚ ਮਿਲਣਾ, ਟਾਈਮ ਲੱਗਣਾ। ਜਿਹੜੇ ਨਿਸ਼ਕਾਮ ਕਰਦੇ ਆ, ਨਗਦ ਹੀ ਨਾਲ ਦੀ ਨਾਲ ਹੀ ਗੱਫਾ ਮਿਲ ਜਾਂਦਾ। ਹਾਂਜੀ, ਜਿਨ ਸਕਾਮ ਗੁਰ ਸੇਵਨ ਕੀਨਾ, ਜਿਨ੍ਹਾਂ ਨੇ ਇਸ ਕਾਮਨਾ ਦੇ ਨਾਲ, ਇੱਛਾ ਦੇ ਨਾਲ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ, ਰਿਧ ਸਿਧ ਸਹਿਤ ਨਾਮ ਪ੍ਰਭ ਦੀਨਾ। ਉਹਨਾਂ ਨੂੰ ਰਿੱਧੀਆਂ ਸਿੱਧੀਆਂ ਵੀ ਮਿਲੀਆਂ
ਤੇ ਪਰਮੇਸ਼ਰ ਦਾ ਨਾਮ ਵੀ ਮਿਲਿਆ। ਇਕ ਕਰ ਭਇਓ ਭਗਤ ਗੁਰ ਸੇਵਾ। ਸਾਧ ਸੰਗਤ ਜੀ, ਇਸ ਪ੍ਰਕਾਰ ਦੇ ਨਾਲ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਗੁਰੂ ਸਾਹਿਬ ਜੀ ਦੇ ਸਿੱਖ ਕਰਿਆ ਕਰਦੇ ਤੇ ਧਨ ਪਦਾਰਥ ਪ੍ਰਾਪਤ ਕਰਿਆ ਕਰਦੇ ਸਨ। ਦੁਤੀ ਹਾਥ ਕਰਨਾ ਗੁਰਦੇਵਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਤਾਂ ਸੇਵਾ ਤੇ ਇੱਕ ਕਿਰਪਾ, ਇਹ ਵੱਡੀਆਂ ਚੀਜ਼ਾਂ ਦੋਵੇਂ ਰਲ ਜਾਂਦੀਆਂ। ਸਾਧ ਸਿੰਘ ਸਿੱਖ ਸੇਵਾ ਕਰਦਾ ਤੇ ਗੁਰੂ ਕਿਰਪਾ ਕਰਦਾ। ਹਾਂਜੀ, ਇਨ ਦੂ ਹਾਥਨ ਨਾਮ ਖਜ਼ਾਨਾ। ਗੁਰੂ ਸਾਹਿਬ ਜੀ ਨੇ ਦੋਵਾਂ ਹੱਥਾਂ ਨਾਲ ਖਜ਼ਾਨਾ, ਇੱਕ ਸੇਵਾ ਦੇ ਨਾਲ ਇੱਕ ਕਿਰਪਾ ਦੇ ਨਾਲ ਵਰਤਾਇਆ ਹੈ। ਪ੍ਰਗਟ ਲਟਾਇਓ ਸਭ ਜਗ ਜਾਨਾ। ਸੋ ਮਹਾਰਾਜ ਭਗਤੀ ਸੇਵਾ ਸਿਮਰਨ ਦੇ ਦਾਤਾਂ ਦੇ ਰਹੇ ਸਿੱਖਾਂ ਨੂੰ। ਦਿਨ ਪ੍ਰਤ ਕਰਤ ਰਹੇ ਅਸਲੀਲਾ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਲੀਲਾ ਕਰਦੇ ਰਹੇ। ਬਖਸ਼ਤ ਬਖਸ਼ਿਸ਼ ਅਧਿਕ ਸੁਸ਼ੀਲਾ। ਔਰ ਬੜੀਆਂ ਬਖਸ਼ਿਸ਼ਾਂ ਮਹਾਰਾਜ ਨੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੇ ਬਖਸ਼ੀਆਂ। ਤੇ ਉਹਨਾਂ ਦੇ ਸਾਧ ਸੰਗਤ ਜੀ ਬ੍ਰਹਮ ਗਿਆਨੀ ਗੁਰਸਿੱਖ 22, ਜਿਨ੍ਹਾਂ ਵਿੱਚੋਂ ਬਾਬਾ ਸਾਵਣ ਮੱਲ ਜੀ ਸਕੇ ਭਤੀਜੇ ਸਨ। ਉਹਨਾਂ ਨੂੰ ਮਹਾਰਾਜ ਨੇ ਪਾਵਰ ਦੇ ਕਰਕੇ ਪਹਾੜ ਦੇ ਹਰੀਪੁਰ ਦੇ ਰਾਜ ਵਿੱਚ ਭੇਜਿਆ ਸੀਗਾ। ਕਹਿਣ ਲੱਗੇ ਜੋ ਤੂੰ ਬਚਨ ਕਰੇਗਾ ਉਹ ਪੂਰਾ ਹੋਵੇਗਾ। ਤੇ ਆਪਣੇ ਹੱਥ ਦਾ ਰੁਮਾਲ ਜਿਹੜਾ ਸਤਿਗੁਰੂ ਬਸਤਰ ਧੋ ਕੇ ਜਾਂ ਹੱਥ ਧੋ ਕੇ ਤੇ ਫਿਰ ਹੱਥ ਪੂੰਝਦੇ ਸਨ ਨਾ, ਤੌਲੀਆ ਛੋਟਾ ਜਿਹਾ ਰੁਮਾਲ, ਉਹ ਦਿੱਤਾ। ਕਹਿਣ ਲੱਗੇ ਜਾ ਜਿਹੜੀ ਇੱਛਾ ਕਰੇਗਾ ਉਹ ਪੂਰੀ ਹੋਵੇਗੀ। ਤੇ ਬਾਬਾ ਸਾਵਣ ਮੱਲ ਜੀ ਉੱਥੇ ਜਾ ਕੇ ਜਦੋਂ ਪਹੁੰਚੇ ਤੇ ਅੱਗੇ ਰਾਜੇ ਦਾ ਪੁੱਤ ਮਰ ਗਿਆ ਸੀ। ਸਾਰੇ ਸ਼ਹਿਰ ਦੇ ਵਿੱਚ ਸ਼ੋਕ ਮਨਾਇਆ ਜਾ ਰਿਹਾ ਸੀ। ਤੇ ਬਾਬਾ ਜੀ ਨੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕੀਤਾ, ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਤੇ ਉਹਨਾਂ ਨੇ ਫੜ ਕੇ ਲੈ ਕੇ ਕਹਿੰਦੇ ਰਾਜੇ ਦਾ ਪੁੱਤਰ ਮਰਿਆ, ਕੋਈ ਚੁੱਲ੍ਹਾ ਨਹੀਂ ਬਾਲਦਾ ਤੇ ਤੁਸੀਂ ਕਿਉਂ ਅੱਗ ਬਾਲੀ ਹੈ? ਬਾਬਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਵੀ ਰੋਜ਼ ਕੜਾਹ ਪ੍ਰਸ਼ਾਦ ਬਣਾਉਣਾ। ਉਹ ਕਹਿੰਦੇ ਤੁਹਾਡੇ 'ਚ ਕੋਈ ਸ਼ਕਤੀ ਹੈ ਤੇ ਸਾਡੇ ਬੱਚੇ ਨੂੰ ਜਿੰਦਾ ਕਰੋ। ਤੇ ਬਾਬਾ ਜੀ ਨੇ ਉਹੀ ਰੁਮਾਲ ਸਤਿਗੁਰੂ ਅਮਰਦਾਸ ਜੀ ਦੇ ਕਰ ਕਮਲਾਂ ਵਾਲਾ ਉਹਦੇ ਜਲ ਪਾ ਕੇ ਨਾ ਗੰਡਵੀ 'ਚ, ਤੇ ਰੁਮਾਲ ਦੇ ਨਾਲ ਉਹਦੇ ਮੂੰਹ 'ਚ ਬੂੰਦਾਂ ਪਾਤੀਆਂ। ਲੜਕਾ ਮਰਿਆ ਪਿਆ, ਉਸੇ ਵੇਲੇ ਉੱਠ ਕੇ ਜਿੰਦਾ ਹੋ ਗਿਆ। ਤੇ ਉਸ ਲੜਕੇ ਦੇ ਪਿਤਾ ਨੇ ਫਿਰ ਸੇਵਾ ਪੁੱਛੀ ਸੀ ਵੀ ਕੋਈ ਸੇਵਾ ਦੱਸੋ। ਤੇ ਗੁਰੂ ਸਾਹਿਬ ਨੇ ਭੇਜਿਆ ਇਸ ਕਰਕੇ ਸੀ ਵੀ ਗੋਇੰਦਵਾਲ ਸਾਹਿਬ ਬਿਲਡਿੰਗਾਂ ਬਣ ਰਹੀਆਂ ਸਨ ਤੇ ਮਕਾਨ ਦੇ ਸ਼ਤੀਰ ਨਹੀਂ ਸੀ ਲੰਮੇ ਮਿਲਦੇ। ਪੰਜਾਬ ਦੇ ਵਿੱਚ ਜਿਹੜੇ ਸ਼ਤੀਰ ਨੇ ਵੱਧ ਤੋਂ ਵੱਧ 12 ਫੁੱਟ 10 ਫੁੱਟ ਮਿਲਦੇ ਲੱਕੜ। ਇਸ ਤੋਂ ਲੰਮੀ ਪੋਰੀ ਨਹੀਂ ਪੰਜਾਬ 'ਚ, ਨਾ ਕਿੱਕਰ ਹੋਵੇ ਨਾ ਟਾਹਲੀ, ਇੰਨੇ ਹੀ ਵੱਧ ਤੋਂ ਵੱਧ ਹੁੰਦੇ ਲੰਮੇ 10-12 ਫੁੱਟ। ਵੱਡੇ ਸ਼ਤੀਰ ਚਾਹੀਦੇ ਸੀ ਜਿਹੜੇ 25-25 30-30 ਫੁੱਟ 50-50 ਫੁੱਟ ਲੰਮੇ ਹੋਣ ਤਾਂ ਕਿ ਲੰਮੇ ਹਾਲ ਵਗੈਰਾ ਬਣਾਏ ਜਾਣ। ਉਹ ਪਹਾੜ 'ਚੋਂ ਮਿਲਦੀ ਸੀ ਲੱਕੜ। ਤੇ ਬਾਬਾ ਸਾਵਣ ਮੱਲ ਜੀ ਨੇ ਰਾਜੇ ਨੂੰ ਕਿਹਾ ਵੀ ਸਤਿਗੁਰੂ ਜੀ ਨਗਰ ਵਸਾ ਰਹੇ ਨੇ ਤੇ ਲੱਕੜ ਜਿਹੜੀ ਆ ਲੈਣ ਮੈਂ ਆਇਆ ਤੇ ਤੁਸੀਂ ਲੱਕੜ ਭੇਜੋ। ਰਾਜੇ ਨੇ ਉੱਥੋਂ ਲੱਕੜ ਦੀਆਂ ਪੂਲੀਆਂ ਬੰਨ੍ਹ ਕੇ ਨਾ, ਵੱਡੇ ਵੱਡੇ ਪੂਲੇ ਬੰਨ੍ਹ ਦਿੰਦੇ ਆ, ਫਿਰ ਦਰਿਆ ਬਿਆਸਾ 'ਚ ਰੋੜ ਦਿੰਦੇ, ਉੱਤੇ ਨੰਬਰ ਲਾ ਦਿੰਦੇ, ਮੋਹਰ ਲਾ ਦਿੰਦੇ। ਜਿੱਥੇ ਜਾ ਕੇ ਉਹ ਅੱਗੇ ਬੰਦੇ ਖੜ੍ਹੇ ਹੁੰਦੇ ਉਹ ਕੱਢ ਲੈਂਦੇ। ਉੱਦਾਂ ਅਜੇ ਵੀ ਜੰਮੂ ਕਸ਼ਮੀਰ ਦੇ ਵਿੱਚ ਲੱਕੜ ਇੱਦਾਂ ਹੀ ਆਉਂਦੀ ਹੈ ਦਰਿਆ ਥਾਣੀ। ਸੋ ਉਹ ਰਾਜੇ ਨੇ ਲੱਕੜ ਭੇਜੀ ਸੀ ਤੇ ਗੋਇੰਦਵਾਲ ਸਾਹਿਬ ਵੱਡੇ ਵੱਡੇ ਹਾਲ, ਲੰਗਰ ਤੇ ਘਰ, ਗੁਰੂ ਘਰ ਬਣੇ ਸਨ। ਸੋ ਇਹ ਇਸ ਤਰ੍ਹਾਂ ਦੇ ਹੋਰ ਵੀ ਬੜੇ ਗੁਰਸਿੱਖ, ਬਾਬਾ ਮੱਥੋ ਮੁਰਾਰੀ ਜਿਨ੍ਹਾਂ ਦੀ ਕਥਾ ਹੈ, ਹੋਰ ਕਈ ਪ੍ਰੇਮੀ ਸਿੱਖ ਸੱਚਣ ਸੱਚ ਮਹਾਰਾਜ ਨੇ ਮੰਜੀਆਂ ਦੇ ਕੇ ਥਾਪੇ, ਸ਼ਕਤੀਆਂ ਵਾਲੇ ਮਹਾਂਪੁਰਸ਼ ਹੋਏ ਹਨ। ਤਬ ਮੈਂ ਦੇਖੇ ਧਰ ਕਰ ਧਿਆਨਾ। ਬਾਬਾ ਬੁੱਢਾ ਜੀ ਕਹਿੰਦੇ ਮੈਂ ਧਿਆਨ ਧਰ ਕੇ ਵੇਖਿਆ ਕਿਸ ਪ੍ਰਕਾਰ ਹੈ ਨਾਮ ਖਜ਼ਾਨਾ। ਕਿ ਨਾਮ ਦਾ ਖਜ਼ਾਨਾ ਕਿਤੇ ਘੱਟ ਤਾਂ ਨਹੀਂ ਗਿਆ। ਗੁਰੂ ਅਮਰਦਾਸ ਇੰਨਾ ਵਰਤਾਈ ਜਾਂਦੇ ਨੇ, ਰਿੱਧੀਆਂ ਸਿੱਧੀਆਂ ਦਈ ਜਾਂਦੇ ਨੇ, ਜਿਹਦੇ ਸਿਰ ਤੇ ਹੱਥ ਰੱਖਦੇ ਨੇ ਉਹਨੂੰ ਹੀ ਪੂਰਨ ਬ੍ਰਹਮ ਗਿਆਨੀ ਬਣਾ ਦਿੰਦੇ। ਕਿਤੇ ਖਜ਼ਾਨਾ ਘੱਟ ਤਾਂ ਨਹੀਂ ਗਿਆ। ਬਾਬਾ ਬੁੱਢਾ ਜੀ ਕਹਿੰਦੇ ਮੈਂ ਧਿਆਨ ਧਰ ਕੇ ਦੇਖਿਆ, ਰੰਚਕ ਹਰ ਧਨ ਘਟਿਓ ਨਾ ਕੋਈ। ਪਰ ਫਿਰ ਮੈਨੂੰ ਧਿਆਨ ਵਿੱਚ ਸਾਰੇ ਦਰਸ਼ਨ ਹੋਏ ਵੀ ਗੁਰੂ ਅਮਰਦਾਸ ਨੇ ਇੰਨਾ ਖਜ਼ਾਨਾ ਲੁਟਾਇਆ, ਰੰਚਕ ਮਾਤਰ ਵੀ ਘਟਿਆ ਨਹੀਂ ਬਲਕਿ ਵੱਧ ਗਿਆ ਹੈ। ਹਾਂਜੀ, ਅਦਭੁਤ ਗਤ ਅਵਲੋਕੀ ਸੋਈ। ਬੜੀ ਅਚਰਜ ਖੇਡ ਮੈਂ ਧਿਆਨ ਦੇ ਨਾਲ ਦੇਖੀ ਸੀ। ਸ੍ਰੀ ਗੁਰੂ ਅਮਰਦਾਸ ਦੇ ਸਮੇਂ
ਗੁਰੂ ਦਾ ਖਜ਼ਾਨਾ ਹੋਰ ਵਧਿਆ ਸੀ, ਬਦਿਓ ਅਨੰਤ ਗੁਨਾ ਭੰਡਾਰਾ। ਭੰਡਾਰਾ ਵੱਧ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਖਜ਼ਾਨਾ ਲਿਆਂਦਾ ਸੀ ਸੱਚਖੰਡ ਤੋਂ, ਗੁਰੂ ਅੰਗਦ ਦੇਵ ਜੀ ਨੇ ਦੁੱਗਣਾ ਕਰਤਾ, ਗੁਰੂ ਅਮਰਦਾਸ ਨੇ ਤਿੱਗਣਾ ਕਰਤਾ, ਵਧਾਈ ਗਏ ਹਨ। ਜਿਸ ਨਿਸ ਤਾਰੇ ਲੋਕ ਹਜ਼ਾਰਾਂ, ਹਜ਼ਾਰਾਂ ਲੋਕ ਤਾਰ ਦਿੱਤੇ ਹਨ ਖਜ਼ਾਨੇ ਨਾਲ। ਪਿਖ ਚਰਿੱਤਰ ਮੈਂ ਬਹੁ ਬਿਸਮਾਇਓ। ਬਾਬਾ ਬੁੱਢਾ ਜੀ ਕਹਿੰਦੇ, ਮੈਂ ਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਕੌਤਕ ਵੇਖ ਕੇ ਬੜਾ ਬਿਸਮਾਦ ਵਿੱਚ ਹੋਇਆ। ਨਿਜਮਤ ਕਰ ਕੁਛ ਜਾਏ ਨ ਪਾਇਓ। ਮੈਂ ਸੋਚਿਆ ਵੀ ਇਨਸਾਨ ਦੀ ਬੁੱਧੀ ਨਹੀਂ ਜਾਣ ਸਕਦੀ। ਅਸੀਂ ਆਪਣੀ ਜਿੰਨੀ ਮਰਜ਼ੀ ਸਿਆਣਪ ਲਈ ਫਿਰੀਏ, ਜਿੰਨੇ ਮਰਜ਼ੀ ਪੜ੍ਹਾਕੂ ਬਣੇ ਫਿਰੀਏ, ਜਿੰਨੇ ਮਰਜ਼ੀ ਗਿਆਨੀ ਧਿਆਨੀ ਬਣੇ ਫਿਰੀਏ, ਗੁਰੂ ਦੀ ਗਤ ਨਹੀਂ ਜਾਣ ਸਕਦੇ। ਪ੍ਰਭ ਕੀ ਗਤ ਨ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਹਾਂਜੀ। ਤਬ ਮੈਂ ਤਿਨਕੇ ਹੋਏ ਅਗਾਰੀ, ਤਾਂ ਮੈਂ ਮਹਾਰਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ, ਹੱਥ ਜੋੜ ਕੇ। ਬਹੁਤ ਭਾਂਤ ਕੀ ਸੁਤੁਤ ਅਚੋਰੀ। ਮੈਂ ਬਾਬਾ ਬੁੱਢਾ ਜੀ ਆਪਣੀ ਗੱਲ ਦੱਸ ਰਹੇ, ਕਹਿੰਦੇ ਮੈਂ ਗੁਰੂ ਅਮਰਦਾਸ ਦੀ ਬੜੀ ਉਸਤਤ ਕੀਤੀ। ਸ੍ਰੀ ਗੁਰੂ ਅਮਰਦਾਸ ਬਖਿਆਤਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੱਦੀ ਤੇ ਬੈਠੇ ਸਨ ਤੇ ਮੈਂ ਗਲ ਪੱਲਾ ਪਾ ਕੇ ਚਰਨਾਂ 'ਚ ਉਹਨਾਂ ਦੀ ਉਸਤਤ ਕਰ ਰਿਹਾ ਸੀ। ਧੰਨ ਧੰਨ ਸਭ ਤੇ ਬੜ ਦਾਤਾ। ਮੈਂ ਕਿਹਾ, ਮਹਾਰਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਤੁਸੀਂ ਬੜੇ ਵੱਡੇ ਦਾਤੇ ਹੋ, ਤੁਸੀਂ ਸਾਰੇ ਸੰਸਾਰ ਦੇ ਉੱਤੇ ਦਾਤਾਂ ਵੰਡ ਰਹੇ ਹੋ, ਧੰਨ ਹੋ ਤੁਸੀਂ। ਸਮ ਪਾਰਸ ਕੀ ਪਰਸਤ ਰਹੇ। ਮਹਾਰਾਜ ਤੁਸੀਂ ਪਾਰਸ ਹੋ, ਤੁਸੀਂ ਪਾਰਸ ਗੁਰੂ ਅੰਗਦ ਦੇਵ ਜੀ ਨੂੰ ਮਿਲ ਕੇ ਤੁਸੀਂ ਵੀ ਪਾਰਸ ਹੀ ਬਣ ਗਏ ਹੋ। ਹਾਂਜੀ। ਨਰ ਲੋਹਾ ਕੰਚਨ ਤਾ ਗਹੇ। ਤੁਹਾਡੇ ਕਰਕੇ ਜਿਹੜੇ ਲੋਹੇ ਵਰਗੇ ਜੀਵ ਹਨ ਉਹ ਵੀ ਸੋਨਾ ਬਣ ਗਏ ਹਨ। ਬਾਵਨ ਚੰਦਨ ਸਭ ਜਗ ਥਿਰੇ। ਤੇ ਗੁਰੂ ਮਹਾਰਾਜ ਤੁਸੀਂ ਬਾਵਨ ਚੰਦਨ ਹੋ। ਨਰ ਤਰ ਵਰ ਸ੍ਰੀ ਖੰਡ ਸਭ ਕਰੇ। ਜਿਵੇਂ ਚੰਦਨ ਬਾਕੀ ਬੂਟਿਆਂ ਨੂੰ ਵੀ ਚੰਦਨ ਕਰ ਲੈਂਦਾ, ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਮਹਾਰਾਜ ਤੁਸੀਂ ਸਾਨੂੰ ਵੀ ਚੰਦਨ ਬਣਾ ਲਿਆ ਹੈ। ਗੰਗਾ ਜਲ ਪਾਵਨ ਸਮ ਹੋਏ। ਜਿਵੇਂ ਗੰਗਾ ਦਾ ਪਵਿੱਤਰ ਜਲ ਪਵਿੱਤਰ ਮੰਨਿਆ ਜਾਂਦਾ ਹੈ, ਜਿਉਂ ਮੀਂਹ ਉੱਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਸਤਿਗੁਰੂ ਰਾਮਦਾਸ ਜੀ ਨੇ ਬਿਲਾਵਲ ਦੀ ਵਾਰ ਵਿੱਚ ਇਹ ਪਾਵਨ ਪੰਕਤੀ ਲਿਖੀ ਹੈ। ਮਹਾਰਾਜ ਕਹਿੰਦੇ, ਜਿਵੇਂ ਮੀਂਹ ਵਸਦਾ ਨਾ, ਮੀਂਹ ਦੇ ਨਾਲ ਗਲੀਆਂ ਦਾ, ਨਾਲਿਆਂ ਦਾ, ਟੋਭਿਆਂ ਦਾ, ਛੱਪੜਾਂ ਦਾ ਮੈਲਾ ਕੁਚੈਲਾ ਪਾਣੀ ਜਾ ਕੇ ਗੰਗਾ 'ਚ ਮਿਲ ਜਾਂਦਾ। ਸੁਰਸਰੀ, ਸੁਰ ਮੈਨੇ ਦੇਵਤੇ, ਸਰੀ ਨਾਮ ਨਦੀ ਦਾ ਹੈ। ਦੇਵਤਿਆਂ ਦੀ ਨਦੀ ਦੇਵ ਨਦੀ ਨੂੰ ਸੁਰਸਰੀ ਕਹਿੰਦੇ ਹਨ। ਗੰਗਾ ਸੁਰਸਰੀ ਮਿਲਤ, ਗੰਗਾ 'ਚ ਮਿਲ ਕੇ ਪਵਿੱਤਰ ਪਾਵਨ ਹੋਏ ਜਾਵੇ। ਸਾਰੇ ਉਹਨੂੰ ਗੰਗਾ ਜਲ ਕਹਿ ਕੇ ਛਕਦੇ ਆ, ਇਹ ਨਹੀਂ ਕਹਿੰਦੇ ਵੀ ਛੱਪੜ ਦਾ ਪਾਣੀ ਹੈ। ਆਖੋ ਸ੍ਰੀ ਵਾਹਿ। ਮਹਾਰਾਜ ਤੁਸੀਂ ਗੰਗਾ ਤਰ੍ਹਾਂ ਪਵਿੱਤਰ ਹੋ, ਤੁਹਾਡੇ ਨਾਲ ਰਲ ਕੇ ਪਾਪੀ ਤੋਂ ਪਾਪੀ ਬੰਦੇ ਵੀ ਦੇਵਤੇ ਬਣ ਗਏ ਹਨ। ਆਏ ਅਪਾਵਨ ਭੀ ਮਿਲ ਕੋਏ। ਆਹਾ, ਗੰਗਾ ਦੇ ਵਿੱਚ ਕਿਸੇ ਨਾਲੀ ਦਾ ਗੰਦਾ ਪਾਣੀ ਵੀ ਜੇ ਆ ਕੇ ਮਿਲ ਜਾਵੇ, ਇੱਕ ਸਮ ਸੋ ਸਗਰੇ ਕਰ ਦਏ, ਉਹ ਵੀ ਗੰਗਾ ਜਲ ਹੀ ਬਣ ਜਾਂਦਾ। ਤੁਸੀਂ ਮਹਾਰਾਜ ਨੀਵਿਆਂ ਪਾਪੀਆਂ ਅਪਰਾਧੀਆਂ ਗੁਨਾਹਗਾਰਾਂ ਚੋਰਾਂ ਯਾਰਾਂ ਠੱਗਾਂ ਬੇਈਮਾਨਾਂ ਨੂੰ ਵੀ ਦੇਵਤੇ ਬਣਾਤਾ, ਉਹਨਾਂ ਨੂੰ ਵੀ ਸੰਤ ਸਾਧੂ ਬ੍ਰਹਮ ਗਿਆਨੀ ਬਣਾ ਦਿੱਤਾ ਹੈ। ਮੋਖ ਉਚਿਤ ਸੇਵਕ ਸਭ ਕੀਏ। ਧੰਨ ਗੁਰੂ ਅਮਰਦਾਸ ਮਹਾਰਾਜ, ਜਿਹੜਾ ਵੀ ਤੁਹਾਡਾ ਨਾਂ ਲੈਂਦਾ, ਜਿਹੜਾ ਤੁਹਾਡੀ ਸੇਵਾ ਕਰਦਾ, ਉਹ ਮੁਕਤੀ ਦਾ ਅਧਿਕਾਰੀ ਹੈ। ਉਹਦਾ ਦਰਵਾਜ਼ਾ ਖੁੱਲ੍ਹਾ ਹੈ, ਉਹ ਸਿੱਧਾ ਸੱਚਖੰਡ ਜਾਏਗਾ। ਜਿਵੇਂ ਸਮੁੰਦਰ ਮਹਿ ਜਲ ਚਲ ਆਇਓ। ਮਹਾਰਾਜ ਜਿਵੇਂ ਸਮੁੰਦਰ 'ਚ ਪਾਣੀ ਆ ਕੇ ਪੈ ਜਾਂਦਾ ਹੈ, ਤਿਨ ਸਰੂਪ ਸੋ ਆਪਨ ਬਣਾਇਓ। ਉਹਦੇ ਵਿੱਚ ਸਮੁੰਦਰ ਹੀ ਬਣ ਜਾਂਦਾ। ਜਿਵੇਂ ਮਹਾਰਾਜ ਜਿਹੜੇ ਸਿੱਖ ਤੁਹਾਡੀ ਸ਼ਰਨ ਵਿੱਚ ਆਉਂਦੇ, ਤੁਸੀਂ ਸਮੁੰਦਰ ਹੋ, ਉਹ ਤੁਹਾਡਾ ਹੀ ਰੂਪ ਬਣ ਜਾਂਦੇ ਹਨ, ਤੁਹਾਡੇ ਵਿੱਚ ਹੀ ਲੀਨ ਹੋ ਜਾਂਦੇ ਨੇ। ਮੁੜ ਕੇ ਉਹਨਾਂ ਨੂੰ 999 ਨਦੀਆਂ ਧਰਤੀ 'ਤੇ ਸਾਧ ਸੰਗਤ ਜੀ ਸਮੁੰਦਰ 'ਚ ਪੈਂਦੀਆਂ ਹਨ। ਇਸ ਪ੍ਰਕਾਰ ਤੇ ਉਹ 999 ਨਦੀਆਂ ਸਮੁੰਦਰ ਵਿੱਚ ਜਾ ਕੇ ਸਮੁੰਦਰ ਹੀ ਬਣ ਜਾਂਦੀਆਂ। ਇਸੇ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਵਿੱਚ ਜਾ ਕੇ ਗੁਰੂ ਦਾ ਹੀ ਰੂਪ ਹੋ ਜਾਂਦੇ ਆ।
ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਚੁਣ ਕੱਢੇ ਲੱਧੋ ਵਾਰੇ। ਇਸ ਪ੍ਰਕਾਰ ਕੇ ਚਲਤ ਤੁਮਾਰੇ। ਹੇ ਗੁਰੂ ਅਮਰਦਾਸ ਮਹਾਰਾਜ, ਇਸ ਤਰ੍ਹਾਂ ਦੇ ਤੁਹਾਡੇ ਕੌਤਕ ਹਨ। ਅਨਗਨ ਆਪਣੇ ਦਾਸ ਉਧਾਰੇ। ਆਪ ਜੀ ਨੇ ਆਪਣੇ ਅਣਗਿਣਤ ਸਿੱਖ ਤਾਰ ਦਿੱਤੇ, ਉਧਾਰ ਦਿੱਤੇ, ਭਵ ਸਾਗਰ ਤੋਂ ਪਾਰ ਲੰਘਾ ਦਿੱਤੇ ਹਨ। ਕਹਿਤ ਬਿਰਧ ਮੈਂ ਐਸੇ ਦੇਖੇ। ਬਾਬਾ ਬੁੱਢਾ ਜੀ ਕਹਿੰਦੇ, ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਗੁਰੂ ਅਮਰਦਾਸ ਨੂੰ ਇਦਾਂ ਦਾ ਦੇਖਿਆ। ਤੁਸੀਂ ਪੁੱਛਿਆ ਨਾ ਵੀ ਉਹਨਾਂ ਦੇ ਦਰਸ਼ਨ ਕੀਤੇ ਤਾਂ ਦੱਸੋ। ਜੋ ਮੈਂ ਦੇਖਿਆ ਮਹਾਰਾਜ ਉਹ ਇਦਾਂ ਦਾ ਸੀ ਵੀ ਕਹਿਣ ਦੀ ਤਾਂ ਗੱਲ ਹੀ ਕੋਈ ਨਹੀਂ ਸੀ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਗੁਰੂ ਅਮਰਦਾਸ ਦੀ ਵੱਡੀ ਵਡਿਆਈ ਸੀ। ਤੀਨ ਗੁਰਨ ਕੇ ਕਰਮ ਵਿਸ਼ੇਖੇ। ਧੰਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ, ਉਹਨਾਂ ਦੀ ਲੀਲਾ ਬੜੀ ਅਪਰੰਪਾਰ ਸੀ। ਫਿਰ 12 ਸਾਲ ਮੈਂ ਗੁਰੂ ਜੀ ਦੇ, ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਖੰਡੂਰ ਸਾਹਿਬ ਉਹਨਾਂ ਦੀ ਲੀਲਾ ਵੇਖੀ ਹੈ। ਉਹ ਵੀ ਕੋਈ ਕਹਿਣ ਦੀ ਗੱਲ ਨਹੀਂ ਸੀ। ਅਤੇ ਉਸ ਤੋਂ ਬਾਅਦ 22 ਸਾਲ ਮੈਂ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਨੂੰ ਵੇਖਿਆ, ਉਹ ਵੀ ਅਪਰੰਪਾਰ ਸੀ। ਫਿਰ ਤੁਹਾਡੇ ਦਾਦਾ ਜੀ ਗੁਰੂ ਰਾਮਦਾਸ ਜੀ ਮਹਾਰਾਜ ਗੱਦੀ 'ਤੇ ਆਏ, 7 ਸਾਲ ਮੈਂ ਉਹਨਾਂ ਦੇ ਵੀ ਦਰਸ਼ਨ ਕੀਤੇ। ਫਿਰ ਤੁਹਾਡੇ ਪਿਤਾ ਜੀ 25 ਸਾਲ ਗੱਦੀ 'ਤੇ ਰਹੇ, ਗੁਰੂ ਅਰਜਨ ਦੇਵ ਜੀ। ਫਿਰ ਮੈਂ ਉਹਨਾਂ ਦੇ ਚੋਜ ਵੇਖੇ। ਹਰ ਗੁਰੂ ਸਾਹਿਬ ਦੀ ਗੱਲ ਨਿਆਰੀ ਸੀ। ਹਾਂਜੀ। ਅਪਰ ਬਾਤ ਕਿਆ ਵਰਣਨ ਕਰੋ। ਬਾਬਾ ਬੁੱਢਾ ਜੀ ਕਹਿੰਦੇ, ਮੈਂ ਕਿੱਥੋਂ ਤੱਕ ਵਰਣਨ ਕਰਾਂ। ਸਭ ਕਹਿਬੇ ਕੀ ਸ਼ਕਤ ਨ ਧਰੋ। ਸਾਰੀ ਗੱਲ ਮੈਂ ਕਹਿ ਨਹੀਂ ਸਕਦਾ, ਮੇਰੇ ਜਿੰਨੀ ਸ਼ਕਤੀ ਨਹੀਂ ਹੈ। ਤੁਮ ਸਰਬੱਗ ਕੁਛ ਨਾ ਹਿਨ ਛਾਨੋ। ਤੇ ਮਹਾਰਾਜ ਨਾਲੇ ਤੁਸੀਂ ਆਪ ਉਹੀ ਜੋਤ ਹੋ। ਤੁਹਾਡੇ ਵਿੱਚ ਤੇ ਗੁਰੂ ਨਾਨਕ 'ਚ ਕੋਈ ਫਰਕ ਹੈ? ਕੋਈ ਫਰਕ ਨਹੀਂ। ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਸਰਬੱਗ ਸਾਰਾ ਕੁਝ ਜਾਣੀ ਜਾਣੋ। ਤੁਹਾਡੇ ਤੋਂ ਕੋਈ ਗੱਲ ਛਾਨੋ ਲੁਕੀ ਹੋਈ ਨਹੀਂ ਹੈ। ਹਾਂਜੀ। ਜੋ ਜੋ ਕੀਨ ਆਪ ਹੀ ਜਾਨੋ। ਜੋ ਪਿਛਲੇ 5 ਜਾਮਿਆਂ 'ਚ ਤੁਸੀਂ ਕੀਤਾ, ਤੁਸੀਂ ਤਾਂ ਕੀਤਾ। ਸਾਰੀ ਲੀਲਾ ਤਾਂ ਤੁਹਾਡੀ ਸੀ, ਤੁਸੀਂ ਆਪ ਜਾਣੀ ਜਾਣੋ। ਮੈਥੋਂ ਪੁੱਛਦੇ ਹੋ, ਆਪਣੀ ਲੀਲਾ ਆਪ ਹੀ ਸੁਣਦੇ ਹੋ। ਹਾਂਜੀ। ਸੁਨ ਬਿਰਧ ਤੇ ਸ਼੍ਰੀ ਹਰਗੋਬਿੰਦ। ਬਾਬਾ ਬੁੱਢਾ ਜੀ ਦੇ ਪਿਆਰ, ਸ਼ਰਧਾ, ਭਗਤੀ ਵਾਲੇ ਬੋਲ ਸੁਣ ਕੇ 6ਵੇਂ ਪਾਤਸ਼ਾਹ ਜੀ ਮਹਾਰਾਜ ਬੜੇ ਪ੍ਰਸੰਨ ਹੋਏ। ਨਿਜ ਸਮਾਦ ਮਹਿ ਤੇਰੇ ਬਿਲੰਦ। ਤੇ ਸੁਣਦਿਆਂ ਸੁਣਦਿਆਂ ਨਾ ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੀ ਸਮਾਧੀ ਲੱਗ ਗਈ। ਉੱਥੇ ਜਿੱਥੇ ਬੈਠੇ ਸੀ ਨਾ, ਅੱਖਾਂ ਬੰਦ ਸਨ ਤੇ ਬੜੇ ਪਿਆਰ ਨਾਲ ਸੁਣ ਰਹੇ ਸਨ। ਤੇ ਗੁਰੂ ਸਾਹਿਬ ਦਾ ਸਰੂਪ ਸਾਹਮਣੇ ਆ ਰਿਹਾ ਸੀ। ਆ ਜਿਹੜੀ ਆਪਾਂ ਸਾਧ ਸੰਗਤ ਜੀ ਕਥਾ ਸੁਣਦੇ ਆ ਨਾ ਗੁਰੂ ਸਾਹਿਬਾਂ ਦੀ, ਜੇ ਆਪਣੇ 'ਚ ਕੋਈ ਪ੍ਰੇਮ ਦੀ ਕਣੀ ਪੈਦਾ ਹੋਵੇ ਤੇ ਸਾਡੀ ਸੁਣਨ ਵਾਲਿਆਂ ਦੀ ਵੀ ਸਮਾਧੀ ਲੱਗ ਸਕਦੀ ਹੈ। ਇਹ ਕਥਾ ਪਰਮੇਸ਼ਰ ਦੀ ਕਥਾ, 10 ਸਤਿਗੁਰਾਂ ਦੀ ਕਥਾ ਹੈ। ਜੋ ਇਹ ਕਥਾ ਸੁਣਿਆ ਰਗਾਵੈ, ਦੁੱਖ ਪਾਪ ਤੇ ਨਿਕਟ ਨਾ ਆਵੇ। ਜਿਹੜਾ ਇਹ ਕਥਾ ਸੁਣੇਗਾ, ਜਿਹੜਾ ਇਹ ਕਥਾ ਕਰੇਗਾ, ਦੁੱਖਾਂ ਪਾਪਾਂ ਤੋਂ ਬਚ ਜਾਏਗਾ। ਗੁਰੂ ਮਹਾਰਾਜ ਦਾ ਬਚਨ ਹੈ। ਸੋ ਇਸ ਤਰ੍ਹਾਂ ਬਾਬਾ ਬੁੱਢਾ ਜੀ ਤੋਂ ਕਥਾ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਸਮਾਧ ਲੱਗ ਗਈ, ਅੰਤਰਮੁਖੀ ਬਿਰਤੀ ਹੋ ਗਈ। ਅਚਲ ਸਰੀਰ ਸਕਲ ਹੋਏ ਗਇਓ। ਜਿੱਥੇ ਬੈਠੇ ਸੀ ਉੱਥੇ ਬੈਠੇ ਹੀ ਸਮਾਧੀ ਲੱਗ ਗਈ ਤੇ ਸਰੀਰ ਹਿੱਲਣ ਜੁਲਣ ਤੋਂ ਰਹਿਤ ਹੋ ਗਿਆ। ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ 10ਵੇਂ ਆਕਾਸ਼। ਮਨ 10ਵੇਂ ਆਕਾਸ਼ ਵਿੱਚ ਚਲਾ ਗਿਆ, ਸਰੀਰ ਤੋਂ ਬਾਹਰ ਹੋ ਗਏ। ਹਾਂਜੀ। ਕੋ ਨਾ ਸਭਾ ਮਹਿ ਬੋਲਤ ਭਇਓ। ਜਿੰਨੀ ਸੰਗਤ ਬੈਠੀ ਸੀ ਸਾਰੀ ਸਾਇਲੈਂਟ ਹੋ ਗਈ, ਚੁੱਪ ਹੋ ਗਈ, ਕੋਈ ਨਹੀਂ ਬੋਲਦਾ। ਸਾਰੇ ਗੁਰੂ ਸਾਹਿਬ ਦੇ ਧਿਆਨ ਵੱਲ ਦੇਖ ਰਹੇ ਨੇ ਤੇ ਸਾਰਿਆਂ ਦਾ ਆਪਣਾ ਵੀ ਧਿਆਨ, ਜਿੰਨੀ ਜਿੰਨੀ ਕਿਸੇ ਦੀ ਅਵਸਥਾ ਸੀ। ਸਾਰੇ ਸਕੂਲ 'ਚ ਪੜ੍ਹਨ ਵਾਲੇ ਬੱਚੇ ਡੀਸੀ ਨਹੀਂ ਲੱਗਦੇ। ਕਥਾ ਸੁਣਨ ਵਾਲੇ ਵੀ ਸਾਰੇ ਬ੍ਰਹਮ ਗਿਆਨੀ ਨਹੀਂ ਬਣਦੇ। ਕਿਸੇ ਦੇ ਅੰਦਰ ਪ੍ਰੇਮ, ਕਿਸੇ ਦੇ ਅੰਦਰ ਸ਼ਰਧਾ, ਕਿਸੇ ਦੇ ਅੰਦਰ ਕਿਸੇ ਤਰ੍ਹਾਂ ਦੀ ਅਵਸਥਾ ਬਣਦੀ ਹੈ। ਜਿੰਨੇ ਜਿੰਨੇ ਭਾਂਡੇ ਉਨੀ ਵਸਤੂ ਪਈ ਜਾਂਦੀ ਹੈ, ਰੰਗ ਲੱਗੀ ਜਾਂਦਾ। ਗੱਲ ਬਣਦੀ ਕਈ ਜਨਮਾਂ ਵਿੱਚ, ਇੱਕ ਜਨਮ ਦੀ ਗੱਲ ਨਹੀਂ ਹੈ। ਇਹ ਤਾਂ ਜਨਮਾਂ ਜਨਮਾਂ ਦੀ ਖੇਡ ਹੈ। ਸਾਧ ਸੰਗਤ, ਗੁਰੂ ਕੇ ਸਿੱਖ ਆਪਣੇ ਆਪਣੇ ਸਤਿਗੁਰੂ ਦੇ ਬਾਰੇ ਧਿਆਨ ਲਾ ਕੇ ਬੈਠੇ, ਸਤਿਗੁਰੂ ਬਾਰੇ ਖਿਆਲ ਕਰ ਰਹੇ ਨੇ ਵੀ ਮਹਾਰਾਜ ਧਿਆਨ 'ਚ ਨੇ, ਆਪਾਂ ਬੋਲਣਾ ਨਹੀਂ, ਦਰਬਾਰ ਵਿੱਚ ਰੌਲਾ ਨਹੀਂ ਪਾਉਣਾ, ਸ਼ਾਂਤੀ ਰੱਖਣੀ ਹੈ। ਹਾਂਜੀ। ਰਹੇ ਨ ਮਗਨ ਜਾਮ ਪੁਨ ਜਾਗੇ। ਸਾਧ ਸੰਗਤ ਜੀ ਮਹਾਰਾਜ ਇੱਕ ਪੈਰ ਨਾ ਉੱਥੇ ਹੀ ਬੈਠੇ ਰਹੇ। ਇੱਕ ਪੈਰ ਮਨੇ 3 ਘੰਟੇ। 3 ਘੰਟੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਜੁੜਿਆ ਰਿਹਾ। ਤੇ 3 ਘੰਟਿਆਂ ਬਾਅਦ
ਨੇਤਰ ਖੋਲੇ ਹਨ। ਬਹੁਰ ਬ੍ਰਿਧ ਦਿਸ਼ ਦੇਖਣ ਲਾਗੇ। ਫਿਰ ਬਾਬਾ ਬੁੱਢਾ ਸਾਹਿਬ ਜੀ ਵੱਲ ਦੇਖਿਆ ਹੈ ਵਾਹੋ ਵਾਹੋ ਸ਼੍ਰੀ ਮੁਖ ਹੋਂ ਉਚਾਰਾ। ਤੇ ਛੇਵੇਂ ਪਾਤਸ਼ਾਹ ਕਹਿੰਦੇ ਧੰਨ ਬਾਬਾ ਬੁੱਢਾ ਜੀ, ਧੰਨ ਬਾਬਾ ਬੁੱਢਾ ਜੀ, ਧੰਨ ਬਾਬਾ ਜੀ, ਧੰਨ ਵਾਓ ਜੀ, ਵਾਓ ਜੀ, ਏਦਾਂ ਮਹਾਰਾਜ ਕਰਦੇ ਆ। ਹਾਂਜੀ। ਹੇ ਭਾਈ ਤੁਮ ਸਿੱਖ ਉਦਾਰਾ। ਇਹ ਭਾਈ ਬੁੱਢਾ ਜੀ ਤੁਸੀਂ ਮਹਾਨ ਸਿੱਖ ਹੋ। ਤੁਹਾਨੂੰ ਤੁਸੀਂ ਜਿਨ੍ਹਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਨੇੜਿਓਂ ਤੱਕਿਆ ਹੈ, ਸਾਰੇ ਗੁਰੂ ਸਾਹਿਬਾਂ ਦੀ ਸੇਵਾ ਕੀਤੀ ਹੈ, ਸਭ ਸਤਿਗੁਰ ਕੋ ਨਿਤ ਬਹੁ ਪਿਆਰੋ। ਔਰ ਤੁਸੀਂ ਗੁਰੂਆਂ ਦੇ ਪਿਆਰੇ ਹੋ। ਗੁਰੂ ਸਾਹਿਬ ਤੁਹਾਨੂੰ ਪਿਆਰ ਕਰਦੇ ਰਹੇ ਹਨ। ਤੋ ਸਮ ਸਿੱਖੀ ਅਪਰ ਨਾ ਤਹਰੋ। ਤੁਹਾਡੇ ਵਰਗਾ ਸਿੱਖ ਹੋਰ ਨਹੀਂ ਕੋਈ ਲੱਭਣਾ। ਹਾਂਜੀ। ਅਦਭੁਤ ਕਥਾ ਸੁਨਾਵਨ ਕੀਨ। ਅਦਭੁਤ ਅਚਰਜ ਕਥਾ ਤੁਸੀਂ ਸੁਣਾਈ ਹੈ। ਹਮਰੇ ਮਨ ਆਨੰਦ ਬੜ ਦੀਨ। ਸਾਨੂੰ ਬੜਾ ਆਨੰਦ ਆਇਆ ਆਪ ਜੀ ਦੀ ਕਥਾ ਸੁਣ ਕੇ। ਗੁਰੂ ਨਾਨਕ ਸਾਹਿਬ ਜੀ ਦੇ ਜੋ ਆਪ ਜੀ ਨੇ ਬਚਨ ਸੁਣਾਏ ਨੇ, ਸਾਡਾ ਮਨ ਤ੍ਰਿਪਤ ਹੋ ਗਿਆ, ਆਨੰਦ ਹੋ ਗਿਆ ਹੈ। ਐਸੀ ਗਾਥਾ ਤੁਮ ਸਭ ਜਾਨੋ। ਧੰਨ ਬਾਬਾ ਬੁੱਢਾ ਜੀ, ਇਹ ਤੁਸੀਂ ਗੁਰੂਆਂ ਦੀ ਸਾਰੀ ਕਥਾ ਜਾਣਦੇ ਹੋ। ਤੁਸੀਂ ਗੁਰੂ ਸਾਹਿਬਾਂ ਦੇ ਨਾਲ ਰਹੇ ਹੋ। ਸਾਰੀ ਲੀਲਾ, ਸਾਰੇ ਕੌਤਕ ਮਹਾਰਾਜ ਦੇ ਤੁਸੀਂ ਜਾਣਦੇ ਹੋ। ਸਤਿਗੁਰ ਘਰ ਕੋ ਪਹਿਵ ਪਛਾਨੋ। ਤੁਸੀਂ ਗੁਰੂ ਘਰ ਦੇ ਸਾਰੇ ਭੇਦ ਜਾਣਦੇ ਹੋ। ਜਾਹੀ ਤੇ ਹਮ ਬੂਝ ਸੋ ਲੀਨੋ। ਇਸ ਕਰਕੇ ਅਸੀਂ ਤੁਹਾਨੂੰ ਪੁੱਛਿਆ ਸੀ, ਹੋਰ ਕਿਸੇ ਨੂੰ ਕਿਉਂ ਨਹੀਂ ਪੁੱਛਿਆ? ਹੋਰ ਕੋਈ ਜਾਣਦਾ ਹੀ ਨਹੀਂ। ਜਿੰਨੇ ਤੁਸੀਂ ਗੁਰੂ ਘਰ ਬਾਰੇ ਜਾਣਦੇ ਹੋ, ਉਹਨਾਂ ਹੋਰ ਕਿਸੇ ਨੂੰ ਗਿਆਨ ਨਹੀਂ ਬਾਬਾ ਜੀ। ਜਥਾ ਜੋਗ ਤੁਮ ਭਾਖਨ ਕੀਨੋ। ਔਰ ਤੁਸੀਂ ਜੋ ਕੁਝ ਕਿਹਾ ਉਹ ਯਥਾਰਥ ਕਿਹਾ, ਯਥਾ ਜੋਗ ਸਹੀ ਕਿਹਾ ਹੈ। ਸੁਨ ਕਰ ਸਰਬ ਸਿੱਖ ਹਰਿ ਖਾਏ। ਸੁਣ ਕੇ ਸਾਰੇ ਸਿੱਖ ਬੜੇ ਪ੍ਰਸੰਨ ਹੋਏ। ਧੰਨ ਧੰਨ ਬਿਰਧ ਕੇ ਪ੍ਰਤਪ ਗਾਏ। ਧੰਨ ਬਾਬਾ ਬੁੱਢਾ ਜੀ, ਧੰਨ ਬਾਬਾ ਬੁੱਢਾ ਜੀ, ਧੰਨ ਬਾਬਾ ਬੁੱਢਾ ਜੀ, ਸਾਰੀਆਂ ਸੰਗਤਾਂ ਕਹਿ ਰਹੀਆਂ ਸਨ। ਮਹਿਮਾ ਮਹਾਜਾਨ ਸਭ ਲੀਨ। ਬਾਬਾ ਬੁੱਢਾ ਜੀ ਦੀ ਬੜੀ ਮਹਿਮਾ, ਵੱਡੀ ਵਡਿਆਈ ਸਭ ਜਾਣ ਗਏ। ਸਿਰ ਨਿਵਾਏ ਕਰ ਬੰਧਨ ਕੀਨ। ਔਰ ਸਾਰਿਆਂ ਨੇ ਚਰਨਾਂ ਤੇ ਮੱਥਾ ਟੇਕਿਆ। ਇਸ ਪ੍ਰਕਾਰ ਗੁਰ ਘਰੇ ਬਿਲਾਸਾ। ਇਸ ਤਰ੍ਹਾਂ ਮਹਾਰਾਜ ਨੇ ਕੌਤਕ ਕੀਤੇ ਹਨ। ਸੰਤ ਉਧਾਰਤ ਦੁਸ਼ਟ ਬਿਨਾਸਾ। ਮਹਾਰਾਜ ਸੰਤਾਂ ਦੀ ਰੱਖਿਆ ਕਰਦੇ ਨੇ, ਦੁਸ਼ਟਾਂ ਦਾ ਨਾਸ਼ ਕਰਦੇ। ਛੇਵੇਂ ਪਾਤਸ਼ਾਹ ਜੀ ਵੀਰ ਅਰਿੰਦਮ ਧੀਰਜ ਧਾਰੀ। ਮਹਾਬਲੀ ਯੋਧੇ, ਮਹਾਸੂਰ ਵੀਰ, ਅਰਿੰਦਮ ਵੈਰੀਆਂ ਦਾ ਨਾਸ਼ ਕਰਨ ਵਾਲੇ, ਧੀਰਜ ਧਾਰੀ, ਵੱਡੀ ਧੀਰਜ ਰੱਖਣ ਵਾਲੇ ਸਤਿਗੁਰੂ ਹਨ। ਰਣ ਮਹਿ ਅਚਲ ਬਲੀ ਬੁਝ ਭਾਰੀ। ਮੈਦਾਨੇ ਜੰਗ ਵਿੱਚ ਨਾ ਚਲਾਏਮਾਨ ਹੋਣ ਵਾਲੇ, ਅਚਲ ਜਿਨ੍ਹਾਂ ਨੂੰ ਕੋਈ ਮੈਦਾਨੇ ਜੰਗ 'ਚੋਂ ਭਜਾ ਨਹੀਂ ਸਕਦਾ। ਮਹਾਬਲੀ ਭੁਜ ਭਾਰੀ, ਜਿਨ੍ਹਾਂ ਦੀਆਂ ਬਾਹਾਂ 'ਚ ਬੜਾ ਭਾਰੀ ਬਲ ਹੈ। ਮਹਾਤਨੁਖ ਨਿਸ਼ਠੁਰ ਧਰ ਹਾਥ। ਔਰ ਭਾਰੀ 9 ਟੰਕਾ ਧਨੁਸ ਆਪਣੇ ਹੱਥ ਵਿੱਚ ਰੱਖਦੇ ਹਨ। ਸਰਪ ਸਮਾਨ ਬਾਨ ਖਰ ਸਾਥ। ਔਰ ਜਿਨ੍ਹਾਂ ਦੇ ਖੱਪਰੇ ਤੀਰ 4-4 ਉਂਗਲ ਚੌੜੇ ਸੱਪ ਦੀ ਤਰ੍ਹਾਂ ਛੂੰਕਦੇ ਜਾਂਦੇ, ਵੈਰੀਆਂ ਦਾ ਸਿਰ ਫੇਰ ਦਿੰਦੇ, ਵੈਰੀ ਦੀਆਂ ਛਾਤੀਆਂ ਪਾੜ ਦਿੰਦੇ ਹਨ। ਹਤ ਹੈ ਸ਼ਤਰਗਨ ਅਰਹ ਨ ਕੋਈ। ਜਿਨ੍ਹਾਂ ਦੇ ਸਾਹਮਣੇ ਕੋਈ ਵੈਰੀ ਖੜ ਨਹੀਂ ਸਕਿਆ, ਕੋਈ ਦੁਸ਼ਮਣ ਅੜ ਨਹੀਂ ਸਕਦਾ। ਜੋ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਇਹੋ ਜਿਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਹਾਬਲੀ ਯੋਧੇ। 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਪਰਉਪਕਾਰੀ। ਇਹੋ ਜਿਹੇ ਸਤਿਗੁਰੂ ਜੀ ਮਹਾਰਾਜ ਹਨ। ਬਚੈ ਸੋ ਰਣ ਤਜ ਭਜ ਹੈ ਜੋਈ। ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਅੜਿਆ, ਉਹ ਮਾਰਿਆ ਗਿਆ। ਬਚਿਆ ਕੌਣ? ਜਾਂ ਤੇ ਸ਼ਰਣੀ ਪੈ ਗਿਆ ਜਾਂ ਭੱਜ ਗਿਆ। ਭੱਜ ਕੇ ਕੋਈ ਬਚ ਜੇ ਉਹਨੂੰ ਨਹੀਂ ਮਾਰਦੇ, ਭੱਜੇ ਜਾਂਦੇ ਨੂੰ ਮਾਰਦੇ ਨਹੀਂ ਸੀ ਮਹਾਰਾਜ। ਕਹਿੰਦੇ ਜਿਹੜਾ ਭੱਜ ਹੀ ਗਿਆ ਤੇ ਪਹਿਲਾਂ ਹੀ ਮਰਿਆ ਪਿਆ, ਇਹਦਾ ਤੇ ਵਿਚਾਰੇ ਦਾ ਹੌਸਲਾ ਹੀ ਟੁੱਟ ਗਿਆ, ਉਹਨੂੰ ਕੀ ਮਾਰਨਾ। ਤਾਂ ਜਿਹੜਾ ਸ਼ਰਣੀ ਪੈ ਗਿਆ ਵੀ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਉਹ ਬਚ ਗਿਆ। ਜਿਹੜਾ ਅੜ ਗਿਆ ਉਹ ਚੜ ਗਿਆ। ਕਰਾਮਾਤ ਕੋ ਰੱਖ ਹੈ ਗੋਈ। ਆਪਣੀ ਕਰਾਮਾਤ, ਆਪਣੀ ਸ਼ਕਤੀ ਨੂੰ ਗੁਪਤ ਰੱਖਦੇ ਸਨ। ਗੋਈ ਮੈਨੇ ਗੁਪਤ, ਪ੍ਰਗਟ ਨਹੀਂ ਸੀ ਹੋਣ ਦਿੰਦੇ। ਆਪਣੀ ਤਾਕਤ ਨੂੰ ਕਿਸੇ ਦੇ ਸਾਹਮਣੇ ਸ਼ੋਅ ਨਹੀਂ ਹੋਣ ਦਿੰਦੇ। ਛੇਵੇਂ ਪਾਤਸ਼ਾਹ। ਹਾਂਜੀ। ਕਰਹਿ ਕ੍ਰਿਤ ਨਰ ਅਨਹਰ ਹੋਈ। ਜਿਹੜੇ ਗੁਰੂ ਕੇ ਸੇਵਕ ਉਹਨਾਂ ਦੀ ਆਗਿਆ ਵਿੱਚ ਚੱਲਦੇ, ਸੇਵਾ ਕਰਦੇ, ਉਹ ਵੀ ਉਹੋ ਜਿਹੇ ਯੋਧੇ ਸੂਰਬੀਰ। ਬਾਬਾ ਬਿਧੀ ਚੰਦ ਜੀ ਵਰਗੇ, ਭਾਈ ਜੇਠਾ ਜੀ ਪੁਰਾਣਾ ਜੀ, ਭਾਈ ਲੱਖੂ, ਭਾਈ ਜੱਟੂ, ਭਾਈ ਭਾਨੂ, ਇੱਕ ਤੋਂ ਇੱਕ ਸੂਰਮੇ ਸਨ।
ਜਿਨ੍ਹਾਂ ਵਿੱਚੋਂ ਸਰਬ ਸ਼੍ਰੋਮਣੀ ਬਾਬਾ ਵਿਧੀ ਚੰਦ ਜੀ, ਭਾਈ ਜੇਠਾ ਜੀ ਵਰਗੇ ਸਨ। ਹਾਂਜੀ। ਦੋਹਰਾ ਰਹੇ ਕਿਤਕ ਦਿਨ ਗੁਰੂ ਟਿਗ। ਸਾਧ ਸੰਗਤ ਜੀ, ਮਹਾਰਾਜ ਸ੍ਰੀ ਹਰਗੋਬਿੰਦਪੁਰੇ ਟਿਕੇ ਹੋਏ ਹਨ ਤੇ ਉਹਨਾਂ ਦੇ ਪਾਸ ਬਿਰਧ ਸਾਹਿਬ ਬੜ ਧੀਰ। ਬਾਬਾ ਬੁੱਢਾ ਜੀ ਕਈ ਦਿਨ ਰਹੇ ਹਨ। ਬਾਬਾ ਜੀ ਨੂੰ ਪਤਾ ਲੱਗਾ ਸੀ ਵੀ ਮਹਾਰਾਜ ਜੰਗ ਲੜ ਕੇ ਹਟੇ ਨੇ, ਇਸ ਕਰਕੇ ਬਾਬਾ ਜੀ ਬੀੜ ਸਾਹਿਬ ਤੋਂ ਚੱਲ ਕੇ ਸ੍ਰੀ ਹਰਗੋਬਿੰਦਪੁਰੇ ਆਏ। ਇਸ ਜਗ੍ਹਾ ਦਾ ਨਾਮ ਸੀ ਪਹਿਲਾਂ ਰੋਹੇਲਾ। ਰੋਹੇਲੇ ਪਿੰਡ ਦਾ ਨਾਮ ਬਦਲ ਕੇ ਬਾਬਾ ਬੁੱਢਾ ਜੀ ਨੇ ਨਾਂ ਰੱਖ ਦਿੱਤਾ ਸ੍ਰੀ ਹਰਗੋਬਿੰਦਪੁਰ। ਇੱਥੇ ਗੁਰੂ ਬਾਬਾ ਬੁੱਢਾ ਜੀ ਕਈ ਦਿਨ ਠਹਿਰੇ ਹਨ। ਬਿਰਧ ਅਵਸਥਾ ਪਰਮ ਭੀ। ਬਾਬਾ ਬੁੱਢਾ ਦੀ ਅਵਸਥਾ ਬਹੁਤ ਬਿਰਧ ਹੋ ਗਈ, 125 ਸਾਲਾਂ ਤੋਂ ਉੱਤੇ ਹੋ ਗਏ ਹਨ। ਨਿਰਬਲ ਭਇਓ ਸਰੀਰ। ਸਰੀਰ ਹੁਣ ਕਮਜ਼ੋਰ ਹੋ ਗਿਆ, ਨਿਰਬਲ ਹੋ ਗਿਆ, ਪਰ ਆਤਮਿਕ ਅਵਸਥਾ ਬੜੀ ਤਗੜੀ। ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਇੰਨੀ ਅਵਸਥਾ ਦੇ ਵਿੱਚ ਸੁਰਤੀ ਹੋਸਾ ਹੀ ਕਾਇਮ ਹੈ, ਸੁਰਤੀ 'ਚ ਨਹੀਂ ਫਰਕ ਪਿਆ। ਸਰੀਰ ਜ਼ਰੂਰ ਬਹੁਤ ਕਮਜ਼ੋਰ ਹੋ ਗਿਆ। 125 ਸਾਲ ਕਹਿਣਾ ਬੜਾ ਸੌਖਾ ਹੈ। ਸਾਧ ਸੰਗਤ ਜੀ, ਅੱਜ ਕੱਲ੍ਹ ਦੇ 50-60 ਵਿੱਚ ਹੀ ਸਾਡੇ ਗੋਡੇ ਰਹਿ ਜਾਂਦੇ ਆ। ਉਹ ਮਹਾਂਪੁਰਸ਼ਾਂ ਦੀ ਬੰਦਗੀ ਕਮਾਈ 125 ਸਾਲ ਹੋ ਗਈ ਉਮਰ, ਸਰੀਰ ਬਹੁਤ ਕਮਜ਼ੋਰ ਹੋ ਗਿਆ। ਚੌਪਈ ਚਹਿਓ ਚਲਨ ਚਿਤ ਆਪਨ ਸਥਾਨੀ। ਹੁਣ ਬਾਬਾ ਜੀ ਚਾਹੁੰਦੇ ਆ ਵੀ ਆਪਣੇ ਸਥਾਨ ਤੇ ਚੱਲੀਏ, ਤਜਨ ਸਰੀਰ ਦਸ਼ਾ ਨਿਰਾਨੀ। ਕਿਉਂਕਿ ਸਰੀਰ ਛੱਡਣ ਦਾ ਸਮਾਂ ਨੇੜੇ ਆ ਰਿਹਾ ਹੈ। ਸੱਚਖੰਡ ਜਾਣ ਦਾ ਬਾਬਾ ਜੀ ਦਾ ਸਮਾਂ ਨੇੜੇ ਆ। ਬਾਬਾ ਜੀ ਨੂੰ ਪਤਾ ਸਾਰਾ, ਮਹਾਂਪੁਰਸ਼ਾਂ ਨੂੰ ਸਾਧ ਸੰਗਤ ਜੀ ਪਹਿਲਾਂ ਪਤਾ ਲੱਗ ਜਾਂਦਾ। ਬਾਬਾ ਗੁਰਮੁਖ ਸਿੰਘ ਜੀ, ਨਿਹੰਗ ਸਿੰਘ ਬਾਬੇ ਬਕਾਲੇ ਸਾਹਿਬ ਵਾਲੇ 1930 ਦੇ ਵਿੱਚ ਸੱਚਖੰਡ ਗਏ। ਉਹਨਾਂ ਦੇ ਨਾਲ ਇੱਕ ਸਰਦਾਰ ਮੋਹਨ ਸਿੰਘ ਜੀ ਮਿਸਤਰੀ, ਉਹ ਸਾਡੇ ਅੰਬਾਲੇ ਰਹਿੰਦੇ ਸੀ, 92 ਸਾਲ ਦੇ ਹੋ ਕੇ ਉਹ ਵੀ ਗੁਜ਼ਰੇ। ਉਹ ਬਚਨ ਸੁਣਾਇਆ ਕਰਦੇ ਸੀ। ਉਹ ਕਹਿੰਦੇ ਬਾਬਾ ਜੀ ਦੇ ਮੈਂ ਕੋਲ ਖੜਾ ਸੀ ਅਤੇ ਮੈਂ ਖਾਲਸਾ ਸਕੂਲ 'ਚ 10ਵੀਂ ਪੜ੍ਹਦਾ ਸੀ ਬਾਬੇ ਬਕਾਲੇ। ਕਹਿੰਦੇ ਬਾਬਾ ਜੀ ਕਹਿੰਦੇ ਪਤਾ ਕਰੋ ਟਾਈਮ ਕੀ ਹੋਇਆ। ਹਰ ਬੰਦੇ ਕੋਲ ਘੜੀ ਨਹੀਂ ਸੀ ਹੁੰਦੀ, ਕਿਤੋਂ ਪਤਾ ਕਰਕੇ ਭੱਜ ਕੇ ਕੋਈ ਆਇਆ। ਕਹਿੰਦੇ ਜੀ 10 ਵਜੇ ਆ ਸਵੇਰ ਦੇ। ਕਹਿੰਦੇ ਅੱਛਾ, ਅੱਜ ਵਾਲੇ ਦਿਨ ਅਗਲੇ ਸਾਲ ਇਸੇ ਟਾਈਮ 10 ਵਜੇ ਹੀ ਜਾਵਾਂਗੇ ਸੱਚਖੰਡ। ਉਹ 1 ਸਾਲ ਬਾਅਦ ਉਸੇ ਦਿਨ ਪੂਰੇ 365 ਦਿਨ ਪੂਰੇ ਹੋਏ ਅਤੇ 10 ਵਜੇ ਤੇ ਆਪ ਜੀ ਨੇ ਕਮਰ ਕਸਾ ਕੀਤਾ। ਕਹਿਣ ਦਾ ਮਤਲਬ ਇਹ ਆ ਵੀ ਸਾਧੂ ਮਹਾਂਪੁਰਸ਼ਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਵੀ ਆਉਂਦਾ, ਉਹਦੇ ਵਿੱਚ ਬਚਨ ਆਉਂਦਾ ਹੈ ਵੀ ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਦ ਮਿਲੇ। ਮਾਰੂ ਰਾਗ ਦਾ ਹੀ ਸ਼ਬਦ ਹੈ। ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਉਹਨਾਂ ਨੂੰ ਸੱਦ ਮੈਨੇ ਸੱਦਾ ਮਿਲ ਜਾਂਦਾ ਵੀ ਆਓ ਬਾਬਾ ਜੀ ਹੁਣ ਤੁਸੀਂ ਵਾਪਸ ਆ ਜਾਓ। ਬਾਬਾ ਬੁੱਢਾ ਜੀ ਨੂੰ ਪਤਾ ਲੱਗ ਗਿਆ ਵੀ ਅਕਾਲ ਪੁਰਖ ਦੇ ਦਰਬਾਰ ਜਾਣ ਦਾ, ਸੱਚਖੰਡ ਗੁਰੂ ਨਾਨਕ ਸਾਹਿਬ ਕੋਲ ਜਾਣ ਦਾ ਸਮਾਂ ਆ ਗਿਆ। ਸ਼੍ਰੀ ਨਾਨਕ ਗੁਰ ਤੇ ਸਿੱਖ ਹੋਇਓ। ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹ ਛੋਟੀ ਉਮਰ ਦੇ ਬੱਚੇ ਸਨ ਤੇ ਮਹਾਰਾਜ ਲਈ ਦਹੀਂ ਲੈ ਕੇ ਸਵੇਰੇ 4 ਵਜੇ ਆਸਾ ਦੀ ਵਾਰ ਤੇ ਪਹਿਲਾਂ ਹੀ ਆ ਜਾ ਕਰਦੇ ਸਨ। ਗੜਵੀ 'ਚ ਦਹੀਂ ਲੈ ਕੇ ਆਉਂਦੇ ਸਨ। ਪਿਤਾ ਜੀ ਇਹਨਾਂ ਦੇ ਸੁੱਘਾ ਰੰਧਾਵਾ, ਉਹ ਵੀ ਖੇਤੀਬਾੜੀ ਕਰਦੇ ਤੇ ਮਾਲ ਧਨ ਰੱਖਿਆ ਹੋਇਆ ਸੀ, ਡੰਗਰ, ਤੇ ਦੁੱਧ ਸਵੇਰੇ ਲੈ ਕੇ ਦਹੀਂ ਲੈ ਕੇ ਆਉਣਾ, ਸਤਿਗੁਰੂ ਜੀ ਨੂੰ ਛਕਾਉਣਾ। ਤੇ ਮਹਾਰਾਜ ਕਹਿੰਦੇ ਵੀ ਭਚੰਗੀਆ ਬੱਚਾ, ਤੂੰ ਤੇਰੀ ਉਮਰ ਛੋਟੀ ਹੈ ਤੇ ਤੂੰ ਸਵੇਰੇ ਸਵੇਰੇ ਕਿਉਂ ਆ ਜਾਂਦਾ ਇੰਨੀ ਛੇਤੀ? ਤੈਨੂੰ ਇਹ ਵਿਰਾਗ ਕਿਵੇਂ ਲੱਗ ਗਿਆ ਗੁਰੂ ਕੀ ਬਾਣੀ ਸੁਣਨ ਦਾ? ਕਹਿੰਦਾ ਬਾਬਾ ਮਹਾਰਾਜ ਜੀ, ਮੇਰੀ ਮਾਂ ਮੈਨੂੰ ਕਹਿੰਦੀ ਜਾ ਪੁੱਤਰ ਲੱਕੜਾਂ ਲੈ ਕੇ ਆ, ਚੁੱਲ੍ਹੇ 'ਚ ਅੱਗ ਬਾਲਣੀ। ਮੈਂ ਜੰਗਲ 'ਚੋਂ ਲੱਕੜੀਆਂ ਇਕੱਠੀਆਂ ਕਰਕੇ ਲਿਆਉਣਾ, ਵੱਡੀਆਂ ਛੋਟੀਆਂ, ਮਾਂ ਅੱਗ ਬਾਲਦੀ ਹੈ। ਜਿਹੜੀਆਂ ਛੋਟੀਆਂ ਲੱਕੜਾਂ ਉਹ ਪਹਿਲਾਂ ਬਲ ਜਾਂਦੀਆਂ, ਉਹਨਾਂ ਨੂੰ ਅੱਗ ਛੇਤੀ ਲੱਗ ਜਾਂਦੀ। ਅਤੇ ਮੈਂ ਸੋਚਦਾ ਵੀ ਛੋਟੀਆਂ ਲੱਕੜਾਂ ਛੇਤੀ ਸੜਦੀਆਂ, ਮੈਂ ਵੀ ਛੋਟਾ ਅਤੇ ਮੈਂ ਛੇਤੀ ਮਰ ਜਾਣਾ। ਅਤੇ ਸਤਿਗੁਰੂ ਹੱਸ ਪਏ, ਕਹਿਣ ਲੱਗੇ ਬਾਲਕ ਤੇਰੀ ਬੈਸ ਦਿਸਾਵਤ, ਬੁੱਢੇ ਸਮ ਮੁਖ ਬਾਕ ਅਲਾਵਤ। ਉਮਰ ਤੇਰੀ ਬੱਚਿਆਂ ਵਾਲੀ ਹੈ, ਗੱਲਾਂ ਬੁੱਢਿਆਂ ਵਾਲੀਆਂ ਕਰਦਾ। ਤਬ ਤੇ ਬੁੱਢਾ ਪ੍ਰਗਟਿਓ ਨਾਮ, ਉਦੋਂ ਤੋਂ ਨਾਮ ਹੀ ਬੁੱਢਾ ਪੈ ਗਿਆ। ਪਹਿਲਾ ਨਾਂ ਸੀ ਬੂੜਾ। ਮਹਾਰਾਜ ਕਹਿੰਦੇ ਤੇਰਾ ਨਾਂ ਕੀ? ਕਹਿੰਦਾ ਬੂੜਾ। ਮਹਾਰਾਜ ਕਹਿੰਦੇ ਨਹੀਂ ਬੁੱਢਾ। ਉਦੋਂ ਤੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਹੋ ਗਏ। ਫਿਰ ਗੁਰੂ ਅੰਗਦ ਦੇਵ ਜੀ ਨਾਲ ਰਹੇ, ਫਿਰ ਗੁਰੂ ਅਮਰਦਾਸ ਜੀ ਨਾਲ। ਹੁਣ 125 ਸਾਲ ਦੇ ਹੋ ਗਏ ਨੇ
ਸ੍ਰੀ ਹਰਗੋਬਿੰਦਪੁਰੇ ਤੋਂ ਚੱਲਣ ਦੀ ਤਿਆਰੀ ਕੀਤੀ ਹੈ। ਕਸ਼ਟਮ ਹਰ ਗੋਬਿੰਦ ਗੁਰ ਜੋਇਓ। ਪਹਿਲੇ ਪਾਤਸ਼ਾਹ ਤੋਂ 6ਵੇਂ ਪਾਤਸ਼ਾਹ ਤੱਕ ਦਰਸ਼ਨ ਕੀਤੇ। ਸਾਰੇ ਗੁਰੂ ਸਾਹਿਬਾਂ ਨੂੰ ਆਪਣੇ ਹੱਥੀਂ ਤਿਲਕ ਦਿੱਤੇ ਗੁਰਿਆਈ ਦੇ। ਕਸ਼ਟ ਗੁਰਨ ਕੇ ਚਲਤ ਨਿਹਾਰੇ। 6 ਪਾਤਸ਼ਾਹੀਆਂ ਦੇ ਕੌਤਕ ਵੇਖੇ ਹੈ। ਰਹਿਓ ਸਮੀਪੇ ਗਿਆਨ ਉਦਾਰੇ। ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ 6 ਪਾਤਸ਼ਾਹੀਆਂ ਦੀ ਤਾਬਿਆ ਰਹੇ ਹਨ। ਹਾਂਜੀ, ਜਿਸ ਕੇ ਕਰਤੇ ਨਿਕ ਸਹਿ ਟੀਕਾ। ਇਹਨਾਂ ਦੇ ਹੱਥੋਂ ਹੀ ਟਿੱਕਾ ਲੱਗਦਾ ਸੀ ਗੁਰਿਆਈ ਦਾ ਗੁਰੂ ਸਾਹਿਬਾਂ ਨੂੰ। ਸੋ ਗੁਰ ਬਨਹਿ ਸਬਿਨ ਸੋ ਟੀਕਾ। ਜਿਨ੍ਹਾਂ ਨੂੰ ਇਹ ਤਿਲਕ ਲਾ ਦਿੰਦੇ ਸੀ ਉਹ ਗੁਰੂ ਹੁੰਦੇ ਸਨ। ਹਾਂਜੀ, ਗੁਰ ਘਰ ਮਹਿ ਜਿਸ ਕੇ ਸਮ ਆਨਨ। ਇਹਨਾਂ ਵਰਗਾ ਹੋਰ ਗੁਰੂ ਘਰ ਵਿੱਚ ਕੋਈ ਨਹੀਂ ਸੀ। ਹਾਂਜੀ, ਫੁਰਹਿ ਬਾਕ ਜਿਮ ਨਿਕ ਸਹਿ ਆਨਨ। ਜੋ ਮੂੰਹ ਤੋਂ ਬਚਨ ਨਿਕਲਦਾ ਸੀ ਉਹ ਤਤਕਾਲ ਪੂਰਾ ਹੁੰਦਾ ਸੀ। ਅੱਜ ਤਾਈਂ ਉਹਨਾਂ ਦੇ ਬਚਨ ਨੂੰ ਕੋਈ ਤਾਕਤ ਉਲਟਾ ਨਹੀਂ ਸਕੀ। ਹਾਂਜੀ, ਇੱਕ ਦਿਨ ਬੈਠੇ ਬਿਨੈ ਬਖਾਨੇ। ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ, ਗੁਰੂ ਸਾਹਿਬ ਜੀ ਬੈਠੇ ਸਨ ਤੇ ਬਾਬਾ ਜੀ ਬੇਨਤੀ ਕੀਤੀ, ਬਿਨਾ ਭਨੇ ਸਭ ਕੀ ਤੁਮ ਜਾਣੇ। हे ਮਹਾਰਾਜ, ਤੁਸੀਂ ਬਿਨਾਂ ਦੱਸਿਆਂ ਹੀ ਜਾਣਦੇ ਹੋ, ਅੰਤਰਜਾਮੀ ਹੋ, ਜਾਣੀ ਜਾਣ ਹੋ। ਅਬ ਮੈਂ ਗਮਨ ਚਾਹੋ ਨਿਜ ਨਗਰੀ। ਤੇ ਮੇਰੀ ਬੇਨਤੀ, ਮੈਂ ਹੁਣ ਆਪਣੇ ਪਿੰਡ ਜਾਣਾ ਚਾਹੁੰਦਾ ਆ। ਬੀਤ ਗਈ ਆਵਰ ਦਾ ਸਗਰੀ। ਜਿੰਨੀ ਉਮਰ ਤੁਸੀਂ ਦਿੱਤੀ ਸੀ ਮਹਾਰਾਜ ਹੁਣ ਬੀਤ ਗਈ ਹੈ, ਉਮਰ ਪੂਰੀ ਹੋ ਗਈ ਹੈ। ਕਿਰਪਾ ਸਿੰਧ ਇੱਕ ਵਾਰ ਅਬਦੀਜੈ। ਹੁਣ ਸਤਿਗੁਰੂ ਜੀ ਕਿਰਪਾ ਕਰੋ, ਇੱਕ ਵਰ ਦਿਓ। ਮੋਹਿ ਮਨੋਰਥ ਕੋ ਸਫਲੀਜੈ। ਹੁਣ ਮੇਰਾ ਇੱਕੋ ਹੀ ਮਨੋਰਥ ਹੈ, ਉਹ ਪੂਰਾ ਕਰ ਦਿਓ। ਸੁਨ ਸ਼੍ਰੀ ਹਰਗੋਬਿੰਦ ਬਖਾਨਾ। ਬਾਬਾ ਜੀ ਦੇ ਬਚਨ ਸੁਣ ਕੇ ਸਤਿਗੁਰੂ 6ਵੇਂ ਪਾਤਸ਼ਾਹ ਜੀ ਬੋਲੇ, ਤੁਮ ਤੇ ਨਹਿ ਅਦੇ ਹਮ ਜਾਨਾ। ਬਾਬਾ ਜੀ, ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਅਸੀਂ ਤੁਹਾਡੇ ਤੋਂ ਲੁਕਾ ਲਾਂਗੇ? ਤੁਸੀਂ ਮੰਗੋਗੇ ਤੇ ਅਸੀਂ ਨਾ ਕਰ ਦਿਆਂਗੇ, ਇਦਾਂ ਤਾਂ ਹੋ ਨਹੀਂ ਸਕਦਾ। ਹਾਂਜੀ, ਤਨ ਮਨ ਧਨ ਜੇ ਤਿਕ ਹੈ ਮੇਰੇ। ਆ ਬਾਬਾ ਜੀ, ਤਨ ਮਨ ਧਨ ਜਿਹੜਾ ਮੇਰਾ ਹੈ ਨਾ, ਮੇਰਾ ਨਹੀਂ ਹੈ, ਤੁਹਾਡਾ ਹੀ ਹੈ। ਹਾਂਜੀ, ਕਿਰਪਾ ਆਪ ਕੀ ਤੇ ਨਿਤ ਹੇਰੇ। ਇਹ ਸਭ ਤੁਹਾਡੀ ਕਿਰਪਾ ਨਾਲ ਹੀ, ਸਾਡਾ ਤਾਂ ਜਨਮ ਹੀ ਤੁਹਾਡੀ ਕਿਰਪਾ ਨਾਲ ਹੋਇਆ। ਹਾਂਜੀ, ਮੁਕਹੁ ਸੇਵਕ ਆਪਨ ਪਛਾਨਹੁ। ਸਾਨੂੰ ਆਪਣਾ ਸੇਵਕ ਸਮਝੋ ਮਹਾਂਪੁਰਸ਼ੋ। ਵਾਹਿਗੁਰੂ, ਜਿਮ ਚਾਹਤ ਤਿਮ ਹੁਕਮ ਬਖਾਨਹੁ। ਜਿਵੇਂ ਆਪ ਹੁਕਮ ਦਿਓਗੇ ਅਸੀਂ ਤੇ ਉਵੇਂ ਹੀ ਕਰਾਂਗੇ। ਹਾਂਜੀ, ਸੁਨਤ ਬ੍ਰਿਧ ਨੇ ਕੀ ਵਡਿਆਈ। ਇਹ ਸੁਣ ਕੇ ਬਾਬਾ ਬੁੱਢਾ ਜੀ ਮਹਾਰਾਜ ਨੂੰ ਕਹਿਣ ਲੱਗੇ, ਇਹੀ ਰੀਤ ਰਾਵਰ ਬਨ ਆਈ। ਮਹਾਰਾਜ, ਇਹੀ ਤਾਂ ਤੁਹਾਡੀ ਵਡਿਆਈ ਹੈ, ਇਹੀ ਤਾਂ ਤੁਸੀਂ ਕਰਦੇ ਹੋ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਾਂਜੀ, ਅਬ ਕੁਛ ਨਹੀਂ ਸਨਾਤਨ ਹੈ। ਇਹ ਪੁਰਾਤਨ ਹੀ ਚੱਲੀ ਆ ਰਹੀ, ਕੋਈ ਨਵੀਂ ਨਹੀਂ ਹੈ। ਤੁਹਾਡੀ ਖੇਡ ਬੜੀ ਪੁਰਾਣੀ ਹੈ ਸਤਿਗੁਰੂ ਜੀ। ਵੇਦ ਪੁਰਾਨ ਸੰਤ ਸਭ ਕਹੈ। ਵੇਦਾਂ 'ਚ ਵੀ ਗੱਲ ਲਿਖੀ ਹੈ, ਪੁਰਾਣਾਂ 'ਚ ਵੀ ਲਿਖੀ ਹੈ, ਸਾਰੇ ਸੰਤ ਵੀ ਇਹ ਗੱਲ ਕਹਿੰਦੇ ਆ। ਜਨ ਕੀ ਆਪਣੇ ਤੇ ਅਧਿਕਾਈ। ਆਪਣੇ ਸੇਵਕਾਂ ਨੂੰ ਆਪਣੇ ਤੋਂ ਵੱਧ ਕੇ ਮਾਣ ਦੇਣਾ, ਇਹ ਭਗਵਾਨ ਦੀ ਵਡਿਆਈ ਹੈ। ਕਰਤ ਕਿਰਪਾ ਕਰ ਸਭ ਲਖ ਪਾਈ। ਸਦਾ ਹੀ ਹਰ ਯੁੱਗ ਵਿੱਚ ਆਪ ਜੀ ਇਦਾਂ ਹੀ ਕਰਦੇ ਰਹੇ ਹੋ। ਆਪਣੋ ਪ੍ਰਣ ਰਣ ਮਹਿ ਕਰ ਕਾਚਾ। ਆ ਮਹਾਰਾਜ, ਜਦੋਂ ਦੁਆਪਰ ਦੇ ਯੁੱਗ ਵਿੱਚ ਮਹਾਭਾਰਤ ਦਾ ਜੰਗ ਹੋ ਰਿਹਾ ਸੀ, ਉਦੋਂ ਆਪ ਜੀ ਨੇ ਪ੍ਰਣ ਕੀਤਾ ਸੀ, ਮੈਂ ਸ਼ਸਤਰ ਨਹੀਂ ਚੁੱਕਾਂਗਾ, ਮੈਂ ਹਥਿਆਰ ਨਹੀਂ ਚੁੱਕਾਂਗਾ, ਸਿਰਫ ਤੇ ਸਿਰਫ ਅਰਜਨ ਦਾ ਰੱਥ ਚਲਾਵਾਂਗਾ। ਤੇ ਉਧਰੋਂ ਭੀਸ਼ਮ ਪਿਤਾਮਾ ਜੀ ਨੂੰ ਪਤਾ ਲੱਗ ਗਿਆ ਵੀ ਭਗਵਾਨ ਜੀ ਨੇ ਕਿਹਾ ਮੈਂ ਸ਼ਸਤਰ ਨਹੀਂ ਚੁੱਕਾਂਗਾ। ਤੇ ਭੀਸ਼ਮ ਪਿਤਾਮਾ ਦੇ ਮੂੰਹ ਤੋਂ ਬਚਨ ਨਿਕਲਿਆ, ਮੈਂ ਮਹਾਰਾਜ ਨੂੰ ਸ਼ਸਤਰ ਫੜਵਾ ਦਿਆਂਗਾ, ਉਹਨਾਂ ਨੂੰ ਮਜਬੂਰ ਕਰ ਦਿਆਂਗਾ ਸ਼ਸਤਰ ਚੁੱਕਣ ਲਈ। ਹੁਣ ਦੋ ਗੱਲਾਂ, ਆਪਣਾ ਪਰਨ ਤੇ ਸੇਵਕ ਦਾ ਪਰਨ। ਆਪਣਾ ਪਰਨ ਕੱਚਾ ਕਰ ਦਿੱਤਾ ਤੇ ਭੀਸ਼ਮ ਪਿਤਾਮੇ ਦਾ ਪਰਨ ਪੂਰਾ ਕਰਨ ਲਈ ਰੱਥ ਦਾ ਪਹੀਆ ਚੁੱਕ ਕੇ ਦੌੜੇ ਸਨ ਜੰਗ ਦੇ ਮੈਦਾਨ ਵਿੱਚ ਮਾਰਨ ਵਾਸਤੇ। ਅੱਗੋਂ ਭੀਸ਼ਮ ਜੀ ਹੱਸ ਪਏ, ਕਹਿੰਦੇ ਬਸ ਮਹਾਰਾਜ, ਪਰਨ ਤੁਹਾਡਾ ਕੱਚਾ ਹੋ ਗਿਆ। ਉਹ ਕਹਿੰਦੇ ਮਹਾਰਾਜ ਤੁਹਾਡਾ ਪੱਕਾ ਹੋ ਗਿਆ, ਮੇਰਾ ਕੱਚਾ ਹੀ ਹੋਣਾ ਚਾਹੀਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਵਡਿਆਈ ਹੈ ਪ੍ਰਭੂ ਜੀ ਤੁਹਾਡੀ। ਹਾਂਜੀ, ਭੀਖਮ ਕੋ ਨਿਰਬਾਹਿਓ ਸਾਚਾ। ਆ ਭੀਸ਼ਮ ਪਿਤਾਮੇ ਦਾ ਬਚਨ ਸੱਚਾ ਕਰਤਾ ਤੇ ਆਪਣਾ ਕੱਚਾ ਕਰ ਲਿਆ। ਇਤਿਆਦਿਕ ਕੇਤਿਕ ਥਲ ਭਨੀਐ ਹੈ। ਇਹ ਮਹਾਰਾਜ ਕਿੱਥੇ ਕਿੱਥੇ ਸਾਰਾ ਇਤਿਹਾਸ ਭਰਿਆ ਪਿਆ, ਆਪਣੇ ਭਗਤਾਂ ਨੂੰ ਹੀ ਵਡਿਆਈ ਦਿੰਦੇ ਹੋ। ਅੰਤ ਨ ਪਾਏ ਸਕਹਿ ਜੇ ਗਨੀਐ ਹੈ। ਕੋਈ ਦੁਨੀਆ ਦੀ ਤਾਕਤ ਸੱਚੇ ਪਾਤਸ਼ਾਹ ਤੁਹਾਡਾ ਅੰਤ ਨਹੀਂ ਪਾ ਸਕਦੀ। ਮਨ ਮੇਰੇ ਮਹਿ ਬਸ ਹੋ ਗਸਾਈ। ਬਸ ਮੇਰੇ ਮਨ ਵਿੱਚ ਹੀ ਬਸਦੇ ਰਹੋ। ਮੋਰੇ ਹਿਰਦੇ ਬਸੋ ਗੋਪਾਲ, ਤੁਮ ਤੋਂ ਰਾਖਣ ਹਾਰ ਦਿਆਲ। ਸਥਿਰ ਸੁਮੇਰ ਸਮਾਨ ਸਦਾਈ। ਸਦਾ ਹੀ ਮੇਰੇ ਹਿਰਦੇ ਜਿਉਂ ਬਸੇ ਰਹੋ। ਜਿਵੇਂ ਸੁਮੇਰ ਪਰਬਤ ਨਹੀਂ ਨਾ ਹਿੱਲਦਾ ਆਪਣੀ ਥਾਂ ਤੋਂ, ਤੁਸੀਂ ਮੇਰੇ ਹਿਰਦੇ 'ਚੋਂ ਹਿੱਲੋ ਨਾ ਬਸ। ਜਬ ਮੇਰੋ ਕਬ ਆਏ ਸੰਦੇਸ਼ਾ। ਜਦੋਂ ਮੇਰਾ ਸੁਨੇਹਾ ਆਵੇ, ਮੈਂ ਤੁਹਾਨੂੰ ਬੁਲਾਵਾਂ ਤੇ ਫਿਰ ਆ ਜਾਇਆ ਜੇ। ਹਾਂਜੀ, ਸੁਨੋ ਗਰੀਬ ਨਿਵਾਜ ਅਸ਼ੇਸ਼ਾ। ਇਹ ਗਰੀਬ ਨਵਾਜ, ਬਸ ਇੱਕੋ ਹੀ ਹੁਣ ਮੰਗ ਹੈ, ਜਦੋਂ ਇਸ ਚੋਲੇ ਨੂੰ ਛੱਡਾਂ, ਇਸ ਪਿੰਜਰੇ 'ਚੋਂ ਉਡਾਰੀ ਮਾਰਾਂ, ਉਦੋਂ ਮਹਾਰਾਜ
ਸਾਹਮਣੇ ਤੁਹਾਡਾ ਸਰੂਪ ਹੋਵੇ, ਮੈਂ ਤੁਹਾਡੇ ਦਰਸ਼ਨ ਕਰਦਾ ਕਰਦਾ ਸਰੀਰ ਤਿਆਗਾਂ। ਤਬ ਜਿਉ ਕਿਉ ਕਰ ਦਰਸ਼ਨ ਦੀਜੈ। ਜਿਵੇਂ ਵੀ ਹੋਵੇ, ਜਿੰਨੇ ਮਰਜ਼ੀ ਜ਼ਰੂਰੀ ਕੰਮ ਹੋਣ, ਛੱਡ ਕੇ ਮੈਨੂੰ ਦਰਸ਼ਨ ਦੇਣ ਆ ਜਾ ਜੇ। ਇਹ ਬਿਨਤੀ ਮੇਰੀ ਸੁਨ ਲੀਜੈ। ਬਸ ਮੇਰੀ ਇਹ ਬੇਨਤੀ ਸੁਣ ਲੈਣੀ ਸੱਚੇ ਪਾਤਸ਼ਾਹ। ਇਮਹੀ ਹੋਏ ਕਹਿਓ ਗੁਰ ਜਬੈ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਦੇ ਬਚਨ ਸੁਣ ਕੇ ਕਹਿਣ ਲੱਗੇ, ਬਾਬਾ ਜੀ ਇਵੇਂ ਹੀ ਹੋਵੇਗਾ। ਤੁਹੰਦ ਸ਼ਪਦ ਬੰਧਨ ਕਰ ਤਬੈ। ਤੇ ਬਾਬਾ ਜੀ ਨੇ ਨਾ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਤੇ ਗੁਰੂ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਜੋਧ ਅਜਿਤਾ ਜੀਵਾ ਤੀਨ। ਭਾਈ ਜੋਧ ਜੀ, ਭਾਈ ਅਜਿਤਾ ਜੀ ਤੇ ਭਾਈ ਜੀਵਾ ਜੀ, ਤਿਨਹੁ ਗੁਰੂ ਕੋ ਬੰਧਨ ਕੀਨ। ਉਹਨਾਂ ਨੇ ਵੀ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ। ਚਾਰੋਂ ਚਲੇ ਖੁਸ਼ੀ ਕੋ ਪਾਏ। ਭਾਈ ਜੋਧ, ਅਜਿਤਾ ਤੇ ਜੀਵਾ ਬਾਬਾ ਬੁੱਢਾ ਜੀ ਦੇ ਨਾਲ ਹੀ ਚੱਲ ਪਏ, ਸਿਮਰਤ ਸ਼੍ਰੀ ਨਾਨਕ ਸੁਖਦਾਏ। ਤੇ ਗੁਰੂ ਨਾਨਕ ਜਪਦੇ ਹੋਏ ਇਹ ਚੱਲ ਪਏ। ਰਮਦਾਸ ਪਿੰਡ ਹੈ ਮਾਝੇ ਦੇ ਵਿੱਚ। ਸਾਧ ਸੰਗਤ ਜੀ, ਇਹ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਜਦੋਂ ਹੋਏ ਨੇ ਭਾਈ ਝੰਡਾ ਜੀ। ਭਾਈ ਝੰਡਾ ਜੀ ਜਦੋਂ ਜਨਮ ਲਿਆ ਤੇ ਉਸ ਵੇਲੇ ਪੜਪੋਤਰੇ ਸਨ। ਉਦੋਂ ਗੁਰੂ ਰਾਮਦਾਸ ਜੀ ਗੁਰੂ ਸਨ ਗੁਰਤਾ ਗੱਦੀ ਤੇ ਬਾਬਾ ਜੀ ਨੇ ਨਗਰ ਵਸਾਇਆ ਤੇ ਨਾਲ ਬੇਨਤੀ ਕੀਤੀ ਵੀ ਮਹਾਰਾਜ ਚੌਥੇ ਪਾਤਸ਼ਾਹ ਜੀ ਮੇਰੇ ਪਿੰਡ ਆ ਕੇ ਬੱਚੇ ਦਾ ਵੀ ਨਾਮ ਤੁਸੀਂ ਰੱਖਣਾ ਜੇ ਤੇ ਪਿੰਡ ਦਾ ਨਾਮ ਵੀ ਰੱਖਣਾ ਜੇ। ਮਹਾਰਾਜ ਚੌਥੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਦਾ ਬਚਨ ਮੰਨ ਕੇ ਉੱਥੇ ਰਮਦਾਸ ਗਏ ਤੇ ਸਾਹਿਬਜ਼ਾਦੇ ਨੂੰ ਗੋਦੀ 'ਚ ਪਾਤਾ। ਮਹਾਰਾਜ ਬੱਚੇ ਦਾ ਨਾਮ ਰੱਖੋ। ਮਹਾਰਾਜ ਕਹਿੰਦੇ ਇਹ ਤਾਂ ਗੁਰੂ ਘਰ ਦਾ ਝੰਡਾ ਝੁਲਾਏਗਾ, ਇਹ ਝੰਡਾ ਨਾਂ ਰੱਖ ਦਿੱਤਾ। ਤੇ ਪਿੰਡ ਦਾ ਨਾਂ ਵੀ ਮਹਾਰਾਜ ਮੇਰੀ ਇੱਛਾ ਵੀ ਤੁਹਾਡੇ ਨਾਂ 'ਤੇ ਰੱਖਣਾ। ਮਹਾਰਾਜ ਕਹਿੰਦੇ ਨਹੀਂ, ਇਹਦੇ ਨਾਂ 'ਤੇ ਹੀ ਪਿੰਡ ਦਾ ਨਾਂ ਰੱਖ ਦਿੰਦੇ ਆ। ਕਹਿੰਦੇ ਨਹੀਂ ਮਹਾਰਾਜ, ਮੈਂ ਇਸ ਪਿੰਡ ਦਾ ਨਾਮ ਆਪ ਜੀ ਦੇ ਨਾਂ 'ਤੇ ਰੱਖਣਾ, ਰਾਮਦਾਸ। ਮਹਾਰਾਜ ਕਹਿੰਦੇ ਇੱਦਾਂ ਕਰਦੇ ਹਾਂ, ਤੁਹਾਡਾ ਬਚਨ ਵੀ ਰੱਖ ਲੈਂਦੇ ਹਾਂ, ਸਾਡਾ ਵੀ ਰੱਖ ਲੈਂਦੇ ਹਾਂ, ਦੋਵਾਂ ਨੇ। ਕਹਿੰਦੇ ਪਿੰਡ ਦਾ ਨਾਂ ਝੰਡੇ ਰਾਮਦਾਸ ਕੇ ਲਿਖ ਦਿੰਦੇ। ਸੋ ਇਸ ਪਿੰਡ ਦਾ ਅਸਲੀ ਜਿਹੜਾ ਨਾਮ ਹੈ ਉਹ ਝੰਡੇ ਰਾਮਦਾਸ ਕੇ ਹੈ, ਪਰ ਸਾਰਾ ਲੰਮਾ ਨਾਂ ਨਹੀਂ ਬੋਲਦੇ, ਇਕੱਠਾ ਜਿਹਾ ਰਮਦਾਸ ਆਪਾਂ ਬੋਲ ਦਿੰਦੇ। ਸੋ ਬਾਬਾ ਬੁੱਢਾ ਸਾਹਿਬ ਜੀ ਉੱਥੇ ਚਲੇ ਗਏ। ਸੱਚਖੰਡ ਜਾਣ ਤੋਂ ਪਹਿਲਾਂ ਉੱਥੇ ਜਾ ਕੇ ਕੁਝ ਸਮਾਂ ਗੁਜ਼ਾਰਿਆ। ਕਿਵੇਂ ਜੋਤੀ ਜੋਤ ਸਮਾਣਗੇ ਉਹ ਕਥਾ ਅੱਗੇ ਆਵੇਗੀ, ਆਪਾਂ ਸੁਣਾਂਗੇ। ਮਹਾਰਾਜ ਛੇਵੇਂ ਪਾਤਸ਼ਾਹ ਕਿਰਪਾ ਕਰਨਗੇ, ਜਾ ਕੇ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨਗੇ। ਬੜੇ ਪ੍ਰੇਮ ਦਾ ਉਸੀਨ ਕਵੀ ਜੀ ਨੇ ਲਿਖਿਆ। ਕਿੰਨਾ ਗੁਰੂ ਦਾ ਅਤੇ ਸਿੱਖ ਦਾ ਪਿਆਰ ਹੁੰਦਾ ਹੈ, ਇਹ ਖੇਡ ਬੜੀ ਅਚਰਜ ਹੈ। ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ